ਲੋਕਰਨ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਮੌਜੂਦ ਨੇ। किसान अंदोलन के उत्ते ही असीं चर्चा करांगे कि इस वेले अंदोलन नूं किस तरह बचाया जा सकदा, अगे किवें वधाया जा सकदा है, खेती कानूनां नूं लैके सरकार उत्ते प्रैशर बनाउण दे लई होर किहड़े कदम चुकने चाहिए ने। ते दूजी गल ये भी खास है कि सरकार की कुछ कर सकती है। हुण तक जिन्ने भी हथकंडे अपनाए गए ने वो सारे फेल साबित होए ने। अगला हथकंडा की हो सकता है, सारियां संभावनावां ते गलबात करांगे। डॉक्टर साहब तुहाडा स्वागत है लोकरण चैनल। बहुत धन्यवाद जी। लोकरण चैनल के सारे श्रोतिਆਂ ਨੂੰ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੰਦੋਲਨ ਨੂੰ ਹੁਣ ਤੁਸੀਂ ਇਸ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੇਖਦੇ ਹੋ? ਜੋ ਕੁਝ ਬੀਤ ਚੁੱਕਿਆ ਉਹ ਸਭ ਨੂੰ ਪਤਾ ਹੈ ਕੀ ਕੁਝ ਹੋਇਆ 26 ਜਨਵਰੀ ਜਾਂ ਬਾਅਦ ਦੇ ਵਿੱਚ ਦੀਪ ਸਿੱਧੂ, ਲੱਖਾ ਸਿਧਾਣਾ, ਚਰਚਾਵਾਂ ਉੱਧਰ ਨੇ, ਪਰ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਦੇਖੋ, ਅੰਦੋਲਨ ਬਦਸਤੂਰ ਜਾਰੀ ਹੈਗਾ। ਪੰਜਾਬ ਦੇ ਨਾਲ ਪਹਿਲਾਂ ਹਰਿਆਣੇ ਦੀ ਸ਼ਮੂਲੀਅਤ ਹੋਈ ਹੈ ਤੇ ਔਰ ਕਾਫੀ ਸੀਗੀ, ਪਰ ਯੂਪੀ ਦੀ ਸ਼ਮੂਲੀਅਤ ਬਹੁਤ ਸੰਕੇਤਕ ਸੀਗੀ, ਬਹੁਤ ਘੱਟ ਸੀਗੀ। ਪੱਛਮੀ ਯੂਪੀ ਦੀ ਜਿਹੜੀ ਵੈਸਟਰਨ ਯੂਪੀ ਹੈਗੀ ਹੈ। ਤੇ ਆ ਜਦੋਂ ਦਾ 26 ਦਾ ਕਾਂਡ ਵਾਪਰਿਆ ਹੈਗਾ ਹੈ, ਉਸ ਤੋਂ ਬਾਅਦ ਸ਼ਮੂਲੀਅਤ ਪੱਖੋਂ ਜਿਹੜਾ ਸਿੰਘੂ ਬਾਰਡਰ ਹੈ ਉੱਥੇ ਵੀ ਮਤਲਬ 1-2 ਦਿਨ ਦੇ ਨਮੋਸ਼ੀ ਤੋਂ ਬਾਅਦ ਬਹੁਤ ਤੇਜ਼ੀ ਨਾਲ ਉਹ ਦੁਬਾਰਾ ਭਰਨਾ ਸ਼ੁਰੂ ਹੋਇਆ ਹੈਗਾ। ਇਵੇਂ ਹੀ ਟਿੱਕਰੀ ਬਾਰਡਰ ਤਾਂ ਪਹਿਲਾਂ ਹੀ ਮਤਲਬ ਬਹੁਤ ਘੱਟ ਉੱਥੋਂ ਮੂਵਮੈਂਟ ਹੋਈ ਸੀਗੀ, ਕਿਉਂਕਿ ਉਹਨਾਂ ਦੀ ਆਰਗੇਨਾਈਜੇਸ਼ਨ ਕਾਫੀ ਵੱਡੀ ਹੈਗੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਉਹ ਵੀ ਕੰਮ ਕਰਦੇ ਪਏ ਹੈਗੇ ਹੈ। ਅਤੇ ਪਰ ਗਾਜੀਪੁਰ ਬਾਰਡਰ ਦਾ ਜਿਹੜਾ ਕਿ ਉਹਨਾਂ ਨੇ ਭਾਜਪਾ ਨੇ 26 ਦਾ ਕਾਂਡ ਕਰਵਾਉਣ ਤੋਂ ਬਾਅਦ ਔਰ ਮੀਡੀਆ ਨੂੰ ਮਸਾਲਾ ਦੇਣ ਤੋਂ ਬਾਅਦ ਇਹ ਫੈਸਲਾ ਕਰ ਲਿਆ ਸੀ ਕਿ ਇਹ ਹੁਣ ਜਦੋਂ ਨਰੇਟਿਵ ਚੱਲੂਗਾ ਖਾਲਿਸਤਾਨ ਦਾ ਜਾਂ ਝੰਡਾ ਚਲਾਉਣ ਦਾ ਉੱਥੇ, ਹਾਲਾਂਕਿ ਪੰਥਕ ਝੰਡਾ ਸੀਗਾ ਜਿਹੜਾ ਕਿ ਪੰਜਾਬ ਦੇ ਹਰ ਪਿੰਡ 'ਚ, ਹਰ ਗਲੀ, ਹਰ ਮਹੱਲੇ, ਹਰ ਗੁਰਦੁਆਰੇ, ਹਰ ਸੰਸਥਾ 'ਚ ਝੁੱਲਦਾ ਹੈਗਾ। ਈਵਨ ਹਰ ਟਰੈਕਟਰ 'ਤੇ ਸੀਗਾ, ਹਰ ਕਾਰ 'ਤੇ ਸੀਗਾ, ਹਰ ਟੈਂਟ 'ਤੇ ਸੀਗਾ, ਹਰ ਮਤਲਬ ਜਿਹੜਾ ਮੋਰਚੇ ਸੀਗੇ, ਤਿੰਨਾਂ ਮੋਰਚਿਆਂ ਦੇ ਜਿਹੜੇ ਝੰਡੇ ਸੀਗੇ, ਪੰਥਕ ਝੰਡੇ ਝੁੱਲਦੇ ਰਹੇ ਨੇ ਉਹ। ਅਤੇ ਉਹਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ, ਕੋਈ ਨਾ ਕੋਈ ਉਹਦੇ ਬਾਰੇ ਕੋਈ ਚਰਚਾ ਸੀਗੀ। ਪਰ ਜੋ ਉਸ ਦਿਨ ਘਟਨਾ ਹੋਈਆਂ ਜਾਂ ਕਰਵਾਈਆਂ ਗਈਆਂ ਭਾਜਪਾ ਵੱਲੋਂ, ਜਿਹਦੀ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਅਤੇ ਅੰਦੋਲਨ ਦੀ ਦਿੱਖ ਵਿਗਾੜਨ ਵਾਸਤੇ, ਅਤੇ ਔਰ ਭਾਜਪਾ ਨੂੰ ਉਹ ਜਿਹੜਾ ਇੱਕ ਹਥਿਆਰ ਮੁਹੱਈਆ ਕਰਨ ਵਾਸਤੇ, ਜਿਹਦੀ ਬੜੀ ਲੰਮੇ ਸਮੇਂ ਤੋਂ ਸਰਕਾਰ ਨੂੰ ਤਲਾਸ਼ ਸੀਗੀ। ਇਸ ਤੋਂ ਪਹਿਲਾਂ ਭਾਜਪਾ ਦੇ ਸਾਰੇ ਨਰੇਟਿਵ ਇਹ ਖਾਲਿਸਤਾਨੀ ਨੇ, ਇਹ ਨਕਸਲੀ ਨੇ, ਇਹ ਅਰਬਨ ਨਕਸਲ ਨੇ, ਇਹ ਮਾਓਵਾਦੀ ਨੇ, ਜਾਂ ਮਤਲਬ ਇਹ ਕਿਰਾਏ 'ਤੇ ਲੈਂਦੇ ਬੰਦੇ ਨੇ। ਸਾਰੇ ਨਰੇਟਿਵ ਸਰਕਾਰ ਦੇ ਕਿਸਾਨਾਂ ਦੇ ਲਹਿਰ ਨੇ ਫੇਲ ਕਰ ਦਿੱਤੇ ਸੀਗੇ। ਉਹਨਾਂ ਨੂੰ ਇੱਕ ਮਜ਼ਬੂਤ ਨਰੇਟਿਵ ਚਾਹੀਦਾ, ਉੱਥੇ ਕੋਈ ਆਧਾਰ ਚਾਹੀਦਾ ਸੀਗਾ। ਉਹਨਾਂ ਨੇ 26 ਜਨਵਰੀ ਘਟਨਾਵਾਂ ਨੂੰ ਇੱਕ ਢਿੱਲ ਦੇ ਕੇ ਇੱਕ ਵਰਗ ਨੂੰ, ਕੁਛ ਲੋਕਾਂ ਨੂੰ ਉਹ ਘਟਨਾਵਾਂ ਵਾਪਰੀਆਂ। ਅਤੇ ਹਾਲਾਂਕਿ ਝੰਡੇ ਦੇ ਕਿਸੇ ਨਾ ਸਾਨੂੰ ਇਤਰਾਜ਼ ਹੈ, ਨਾ ਕਿਸੇ ਹੋਰ ਨੂੰ ਇਤਰਾਜ਼ ਹੋਣਾ ਚਾਹੀਦਾ ਹੈਗਾ, ਨਾ ਮੈਨੂੰ ਇਤਰਾਜ਼ ਹੈਗਾ ਹੈ। ਪਰ ਉਹ ਜਿਸ ਤਰ੍ਹਾਂ ਸਰਕਾਰ ਨੇ ਉਹਨੂੰ ਵਰਤਿਆ ਹੈਗਾ, ਔਰ ਵਰਤਣ ਤੋਂ ਬਾਅਦ ਜਦੋਂ ਮਤਲਬ ਉਹ ਝੰਡਾ ਝੁੱਲ ਗਿਆ, ਉਦੋਂ ਤੱਕ ਪੁਲਿਸ ਮੂਕ ਦਰਸ਼ਕ ਦੇਖ ਕੇ ਬੈਠ ਕੇ ਦੇਖਦੀ ਰਹੀ। ਔਰ ਜਿਉਂ ਹੀ ਝੰਡਾ ਝੁੱਲਿਆ, ਜਿਉਂ ਹੀ ਲੋਕ ਉੱਥੋਂ ਗਏ ਨੇ ਝੰਡਾ ਚਲਾਉਣ ਵਾਲੇ ਜਾਂ ਕੁਛ ਹੋਰ ਬੰਦੇ, ਨਾਲ ਦੀ ਨਾਲ ਸਰਕਾਰ ਨੇ ਜ਼ਬਰ ਦਾ ਘੁਆੜਾ ਚਲਾ ਦਿੱਤਾ। ਗੋਲੀ ਵੀ ਚੱਲੀ ਹੈ, ਬੰਦੇ ਵੀ ਮਰੇ ਹੈਗੇ ਹੈ, ਔਰ ਚੁੱਕ ਕੇ 200 ਦੇ ਕਰੀਬ ਬੰਦਾ ਜੇਲ੍ਹਾਂ ਸੁੱਟ ਦਿੱਤਾ, ਅਲੱਗ-ਅਲੱਗ ਥਾਵਾਂ ਤੋਂ, ਲਾਲ ਕਿਲ੍ਹੇ ਤੋਂ ਵੀ। ਅਤੇ ਨਾਲ ਦੀ ਨਾਲ ਮਤਲਬ ਉਹਨਾਂ ਨੇ ਮੀਡੀਆ ਤਿਆਰ ਬੈਠਾ ਸੀਗਾ, ਇਹ ਨਰੇਟਿਵ ਚਲਾ ਦਿੱਤਾ ਕਿ ਇਸ ਤੋਂ ਪਹਿਲਾਂ ਤੋਂ ਕਹਿ ਰਿਹਾ ਕਿ ਇਹ ਕਿਸਾਨ ਨਹੀਂ ਹੈਗੇ, ਇਹ ਖਾਲਿਸਤਾਨੀ ਹੈਗੇ ਹੈ, ਇਹ ਵੱਖਰੇ ਦੇਸ਼ ਤੋਂ ਵੱਖਰਾ ਹੋਣਾ ਚਾਹੁੰਦੇ ਹੈਗੇ ਹੈ। ਉਹ ਜਿਹੜਾ ਕਿ ਉਹਨਾਂ ਦੇ ਭਾਜਪਾ ਨੂੰ ਸੂਤ ਪੈਂਦਾ ਸੀਗਾ, ਔਰ ਕਿਸਾਨੀ ਅੰਦੋਲਨ ਦੀ ਦਿੱਖ ਵਿਗਾੜਨ ਵਾਸਤੇ, ਉਹਦਾ ਅਕਸ ਵਿਗਾੜਨ ਵਾਸਤੇ ਉਹਨਾਂ ਨੇ ਇਹ ਨਰੇਟਿਵ ਚਲਾ ਦਿੱਤਾ ਹੈਗਾ। ਨਾਲ ਦੀ ਨਾਲ ਜਿਹੜਾ ਗਾਜੀਪੁਰ ਬਾਰਡਰ ਸੀਗਾ, ਉੱਥੇ ਭਾਜਪਾ ਦੇ MLA ਦੀ ਅਗਵਾਈ ਵਿੱਚ ਭਾਜਪਾਈ ਜਿਹੜੇ ਵਰਕਰ ਸੀਗੇ ਅਤੇ ਨਾਲ ਜੋ RSS ਵਰਕਰ ਸੀਗੇ, ਉਹਨਾਂ ਨੇ ਉੱਥੇ ਆ ਕੇ ਦਹਿਸ਼ਤ ਪਾਣੀ ਸ਼ੁਰੂ ਕਰ ਦਿੱਤੀ। ਔਰ ਇਉਂ ਲੱਗਦਾ ਸੀ ਕਿ ਬਹੁਤ ਜਲਦੀ ਟਕੈਤ ਸਾਹਿਬ ਨੂੰ ਜਾਂ ਗ੍ਰਿਫਤਾਰ ਕਰ ਲੈਣਗੇ ਅਤੇ ਬਾਕੀਆਂ ਨੂੰ ਖੰਡਾ ਦੇਣਗੇ ਇਹ। ਪਰ ਟਕੈਤ ਸਾਹਿਬ ਦੇ ਉਹਨਾਂ ਨੂੰ ਉਹ ਜਜ਼ਬਾਤੀ ਹੋ ਗਏ, ਉਹਨਾਂ ਨੂੰ ਅੱਖਾਂ 'ਚ ਆਂਸੂ ਆ ਗਏ। ਉਹਨੇ ਇੱਕ ਮਤਲਬ ਇੱਕ ਟ੍ਰਿਗਰ ਦੇ ਤੌਰ 'ਤੇ ਕੰਮ ਕੀਤਾ ਅਤੇ ਸਾਰਾ ਮਤਲਬ ਪੱਛਮੀ ਯੂਪੀ ਉਸ 'ਤੇ ਮੋਬਲਾਈਜ਼ ਹੋ ਗਿਆ ਹੈਗਾ। ਔਰ ਰਾਤ ਨੂੰ ਲੋਕ ਤੁਰ ਪਏ, ਔਰ ਟਿੱਕਰੀ ਔਰ ਜਿਹੜਾ ਬਾਰਡਰ ਸੀ ਗਾਜੀਪੁਰ ਬਾਰਡਰ, ਉਹ ਰਾਤ ਨੂੰ ਹੀ ਭਰ ਦਿੱਤਾ ਲੋਕਾਂ ਨੇ ਆ ਕੇ। ਉਸ ਤੋਂ ਬਾਅਦ ਡਾਕਟਰ ਸਾਹਿਬ ਜਿਹੜੀ ਉਹ ਸਾਰੀ ਦਿਸ਼ਾ ਮੈਂ ਦੱਸਿਆ ਕਿ ਜਿਹੜੀ ਜਦੋਂ ਮੂਵਮੈਂਟ ਪੰਜਾਬ ਤੋਂ ਸ਼ੁਰੂ ਹੋਈ, ਜਿਹੜਾ ਪੰਜਾਬ ਮੂਵਮੈਂਟ ਦਾ ਜਨਮਦਾਤਾ ਹੈਗਾ ਹੈ, ਉਹਦਾ 'ਚ ਜੋ ਅੱਜ ਦੁਨੀਆ ਦੀ ਹਾਲਾਤ ਨੇ, ਕੌਮਾਂਤਰੀ ਵਿੱਤੀ ਸਰਮਾਇਆ, ਇੰਟਰਨੈਸ਼ਨਲ ਮੋਨਟਰੀ ਫੰਡ ਅਤੇ ਵਰਲਡ ਬੈਂਕ ਦੀਆਂ ਹਦਾਇਤਾਂ
ਮੁਤਾਬਕ ਜਾਂ ਉਹਦੀਆਂ ਇੱਛਾਵਾਂ ਮੁਤਾਬਕ, ਜਿਵੇਂ ਕੌਮਾਂਤਰੀ ਵਿੱਤੀ ਸਰਮਾਏ ਦਾ ਬੋਲਬਾਲਾ ਹੋ ਰਿਹਾ ਦੁਨੀਆ ਭਰ ਵਿੱਚ, ਔਰ ਹਿੰਦੁਸਤਾਨ ਜੋ ਮਤਲਬ ਕਾਰਪੋਰੇਟ ਕੈਪੀਟਲ ਹੈਗੀ ਹੈ ਉਹਦਾ ਬੋਲਬਾਲਾ ਹੋ ਰਿਹਾ ਮੋਦੀ ਸਰਕਾਰ ਦੇ ਅਧੀਨ, ਮੋਦੀ ਸਰਕਾਰ ਦੀ ਛਤਰ ਛਾਇਆ ਹੇਠ, ਜਿਸ 'ਚੋਂ ਅੰਬਾਨੀ ਅਡਾਨੀਆਂ ਨਾਮ ਮੁੱਖ ਤੌਰ 'ਤੇ ਉੱਭਰ ਕੇ ਸਾਹਮਣੇ ਆਉਂਦਾ ਹੈਗਾ। ਇੱਕ ਤਾਂ ਉਹ, ਅਤੇ ਦੂਜਾ ਜੋ ਦੁਨੀਆ ਭਰ 'ਚ ਫਾਸ਼ੀਵਾਦ ਉੱਭਰ ਰਿਹਾ ਹੈਗਾ, ਨਸਲਵਾਦ ਉੱਭਰ ਰਿਹਾ ਹੈਗਾ ਹੈ, ਜਾਂ ਮਤਲਬ ਧਾਰਮਿਕ ਅਸਹਿਣਸ਼ੀਲਤਾ ਉੱਭਰ ਰਹੀ ਹੈਗੀ ਹੈ, ਚਾਹੇ ਉਹ ਟਰੰਪ ਦਾ ਵਾਈਟ ਸੁਪਰਮੇਸੀ ਹੋਵੇ, ਜਦੋਂ ਬਲੈਕਾਂ ਦੇ ਉਹ ਮਤਲਬ ਬਿਲਕੁਲ ਸਿੱਧਾ ਮਤਲਬ ਅਟੈਕ ਕਰਦਾ, ਅਤੇ ਮਤਲਬ ਉਹਨੂੰ ਰਿਮੋਰਸ ਕੋਈ ਨਹੀਂ, ਜਦੋਂ ਬਲੈਕ ਮਰਦਾ ਉਹਨੂੰ ਕੋਈ ਦੁੱਖ ਨਹੀਂ ਹੁੰਦਾ ਹੈਗਾ, ਅਤੇ ਉਹ ਜਜ਼ਬਾਤ ਉਹਦਾ ਕੋਈ ਜਜ਼ਬਾਤ ਨਹੀਂ ਉਹਦੇ ਮਤਲਬ ਝੰਜੋੜੇ ਜਾਂਦੇ ਹੈਗੇ ਆ, ਅਤੇ ਨਾ ਇਹ ਉਸ ਤਰ੍ਹਾਂ ਨਾਲ ਜਿਹਦੇ ਰਾਜ ਦੇ ਮੁਖੀ ਨੂੰ ਕਰਨਾ ਚਾਹੀਦਾ, ਉਹਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ, ਕਿਉਂਕਿ ਵਾਈਟ ਲੋਕਾਂ ਵਿੱਚ ਜਿਹੜੇ ਸਫੇਦ ਲੋਕ ਨੇ ਉਹਨਾਂ ਵਿੱਚ ਆਪਣਾ ਆਧਾਰ ਬਣਾ ਕੇ ਰੱਖਣਾ ਚਾਹੁੰਦਾ। ਉਹੀ ਜਿਹੜਾ ਮਾਡਲ ਹੈਗਾ ਉਹ ਹਿੰਦੁਸਤਾਨ ਵਿੱਚ ਮੋਦੀ ਸਾਹਿਬ ਫੋਲੋ ਕਰ ਰਹੇ ਹੈਗੇ ਆ ਕਿ ਮੁਸਲਮਾਨ ਜਾਣ ਖੂਹ ਖਾਤੇ, ਕ੍ਰਿਸਚਨ ਜਾਣ ਖੂਹ ਖਾਤੇ, ਕਿੰਨੇ ਨੇ ਹੁਣ ਗਿਣਤੀ ਮਿਣਤੀ ਨਹੀਂ ਪੂਰੀ ਕੀਤੀ ਹੋਈ ਹੈ। ਕਿਹੜਾ ਹਿੰਦੂ ਵੋਟ ਬੈਂਕ ਹੈ, ਜੇ ਮੈਨੂੰ ਤਾਂ 40% ਵੀ ਮਿਲੀ ਜਾਵੇ, 50% 45 ਮਿਲੀ ਜਾਵੇ, ਤਾਂ ਮੈਂ ਹਮੇਸ਼ਾ ਸੱਤਾ 'ਚ ਬਣਿਆ ਰਹੂੰਗਾ। ਉਸੇ ਦਿਨ ਜੋ ਪਹਿਲਾਂ ਕਸ਼ਮੀਰ ਨਾਲ ਕੀਤਾ, ਜੋ ਮੁਸਲਮਾਨਾਂ ਨਾਲ CAA NPR ਅਤੇ NRC ਦੇ ਮਾਮਲੇ 'ਚ ਕੀਤਾ, ਕਿਸ ਤਰ੍ਹਾਂ ਸ਼ਹੀਨ ਬਾਗ ਅਤੇ ਹੋਰ ਜਿਹੜੇ ਅੰਦੋਲਨ ਸੀਗੇ ਉਸ ਤਰ੍ਹਾਂ 'ਤੇ ਚੱਲ ਰਹੇ ਬੜੇ ਸ਼ਾਨਦਾਰ ਅੰਦੋਲਨ ਸੀਗੇ, ਬੜੇ ਜਮਹੂਰੀ ਅੰਦੋਲਨ ਸੀਗੇ, ਉਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਦਬਾਇਆ ਕੁਚਲਿਆ, ਅਤੇ ਅਖੀਰ ਨੂੰ ਦਿੱਲੀ ਵਿੱਚ ਦੰਗੇ ਕਰਾ ਕੇ ਮੁਸਲਮਾਨਾਂ ਭਰਾਵਾਂ ਨੂੰ ਜੋ ਕਤਲ ਕੀਤੇ ਨੇ, ਔਰ ਜੋ ਮਤਲਬ ਜੋ ਨਸਲਕੁਸ਼ੀ ਕੀਤੀ ਹੈਗੀ ਹੈ, ਅਤੇ ਉਸ ਤੋਂ ਬਾਅਦ ਜੋ ਮਤਲਬ ਇੱਕ ਸਾਰੇ ਮੁਲਕ 'ਚ ਇੱਕ ਮੁਸਲਮਾਨਾਂ ਵਾਸਤੇ ਦਹਿਸ਼ਤ ਵਾਲਾ ਮਾਹੌਲ, ਬਰਾਬਰ ਦੇ ਨਾਗਰਿਕ ਨਾ ਹੋਣ ਦਾ ਜੋ ਅਹਿਸਾਸ ਕਰਾਉਣ ਵਾਲਾ ਮਾਹੌਲ ਹੈ ਉਹ ਪੈਦਾ ਕੀਤਾ ਹੈਗਾ। ਰਾਮ ਮੰਦਰ ਦੇ ਫੈਸਲੇ ਹੋਏ, ਹਾਲਾਂਕਿ ਕੋਰਟ ਨੇ ਕੀਤੇ, ਪਰ ਕੋਰਟ ਨੇ ਵੀ ਜਿਵੇਂ ਕੀਤੇ ਉਹ ਸਾਡੇ ਮੈਂ ਉਹਦੀ ਚਰਚਾ ਨਹੀਂ ਕਰਨਾ ਚਾਹੁੰਦਾ ਹੈਗਾ। ਇੱਕ ਪਾਸੇ ਕੋਰਟ ਕਹਿੰਦੀ ਹੈਗੀ ਹੈ ਕਿ ਬਾਬਰੀ ਮਸਜਿਦ ਗਲਤ ਢਾਈ ਗਈ ਹੈ, ਉਹਨਾਂ ਦੇ ਕੇਸ ਚੱਲਦੇ ਪਏ ਹੈਗੇ, ਦੂਜੇ ਪਾਸੇ ਕਹਿੰਦੇ ਮੰਦਰ ਯਹੀ ਬਣੇਗਾ, ਕੋਰਟ ਵੀ ਇਹੀ ਕਹਿ ਰਹੀ ਹੈ ਕਿ ਮੰਦਰ ਯਹੀ ਬਣੇਗਾ। ਸੋ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਲੋਕੀ ਕਹਿੰਦੇ ਨੇ ਕਿ ਇਹ ਕੋਰਟ ਵੀ ਅੰਡਰ ਇਨਫਲੂਐਂਸ ਫੈਸਲਾ ਦਿੱਤੇ, ਰਾਮ ਮੰਦਰ ਉੱਥੇ ਬਣਾਉਣ ਦਾ ਫੈਸਲਾ ਕੋਰਟ ਨੇ ਵੀ ਅੰਡਰ ਇਨਫਲੂਐਂਸ ਦਿੱਤਾ ਹੈਗਾ, ਹਾਲਾਂਕਿ ਮੈਂ ਇਸ ਬਾਰੇ ਅੰਤਮ ਤੌਰ 'ਤੇ ਕਹਿਣ ਨੂੰ ਕੁਛ ਤਿਆਰ ਨਹੀਂ ਹੈਗਾ। ਅਤੇ ਇਹ ਜਿਹੜਾ ਹਿੰਦੁਸਤਾਨ 'ਚ ਵੀ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਸੀਗਾ, ਇੱਕ ਕਾਰਪੋਰੇਟ ਕੈਪੀਟਲ ਦਾ, ਇੱਕ ਫਾਸ਼ੀਵਾਦ ਦਾ ਜੋ ਨਰੇਟਿਵ ਸੀਗਾ ਕਿ ਦਹਿਸ਼ਤ ਦਾ, ਆਮ ਲੋਕਾਂ ਦੇ ਦਹਿਸ਼ਤ ਦਾ, ਫੈਸਲੇ ਲੈਣ ਦੀ ਦਹਿਸ਼ਤ ਦਾ, ਘੱਟ ਗਿਣਤੀਆਂ ਵਾਸਤੇ ਦਹਿਸ਼ਤ ਦਾ, ਬੁੱਧੀਜੀਵੀਆਂ ਵਾਸਤੇ ਦਹਿਸ਼ਤ ਦਾ, ਜਿਹੜੇ ਵਿਰੋਧੀ ਸੁਰਾਂ ਹੈਗੀਆਂ, ਚਾਹੇ ਸਫੂਰਾ ਜਰਗਰ ਹੋਵੇ, ਚਾਹੇ ਗੌਤਮ ਨਵਲੱਖਾ ਹੋਵੇ, ਚਾਹੇ ਤੇਲ ਤੁੰਬੜੇ ਹੋਣ, ਚਾਹੇ ਹਿੰਦੁਸਤਾਨ ਦੇ ਹੋਰ ਦਰਜਨਾਂ ਬੁੱਧੀਜੀਵੀ ਹੋਣ, ਦਲਿਤ ਐਕਟਿਵਿਸਟ, ਆਦੀਵਾਸੀ ਐਕਟਿਵਿਸਟ ਅਤੇ ਵਿਮਨ ਐਕਟਿਵਿਸਟ, ਅਤੇ ਜਿਹੜੀ ਹੈਗੀ ਹੈ RT ਐਕਟਿਵਿਸਟ, ਜਿਹੜੇ ਵੀ ਸਰਕਾਰ ਨੂੰ ਉਹਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੈਗੇ, ਉਹਨਾਂ ਸਾਰਿਆਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਅੰਡਰ UAP ਅਰੈਸਟ ਕਰਕੇ ਜੇਲ੍ਹਾਂ ਸੁੱਟਿਆ ਹੋਇਆ, ਬਜ਼ੁਰਗਾਂ ਤੱਕ ਨੂੰ, ਨੌਜਵਾਨਾਂ ਤੱਕ ਨੂੰ ਜੇਲ੍ਹਾਂ ਸੁੱਟਿਆ ਹੋਇਆ, ਉਸ ਦਿਨ ਦੋਨਾਂ, ਮੈਂ ਦੁਬਾਰਾ ਰਿਪੀਟ ਕਰਦਾ ਕਿ ਕਾਰਪੋਰੇਟ ਕੈਪੀਟਲ ਅਤੇ ਫਾਸਿਜ਼ਮ, ਉਹਨਾਂ ਦੋਹਾਂ ਦੇ ਖਿਲਾਫ ਜਿਹੜਾ ਸੰਗਠਿਤ ਵਿਦਰੋਹ ਸੀਗਾ, ਜਿਹੜਾ ਹਿੰਦੁਸਤਾਨ ਸਹਿਮਿਆ ਬੈਠਾ ਸੀ ਪਿਛਲੇ 2-3 ਸਾਲਾਂ ਤੋਂ, ਜਿਹੜਾ ਜੁਰਤ ਨਹੀਂ ਸੀ ਕਰ ਰਿਹਾ ਸਾਹਮਣੇ ਆ ਕੇ ਲਲਕਾਰਨ ਦੀ ਮੋਦੀ ਸਰਕਾਰ ਨੂੰ, ਉਹ ਜਿਹੜਾ ਨਰੇਟਿਵ ਸੀਗਾ ਪੰਜਾਬ ਦਾ, ਉਹ ਪੰਜਾਬ ਦਾ ਨਰੇਟਿਵ ਸੀਗਾ, ਉਹ ਕਿਸਾਨੀ ਦਾ ਨਰੇਟਿਵ ਸੀਗਾ, ਉਹ ਸਿੱਖ ਨਰੇਟਿਵ ਸੀਗਾ। ਕਿਉਂਕਿ ਜਿਸ ਤਰ੍ਹਾਂ ਸਿੱਖ ਸੰਸਥਾਵਾਂ ਦੀ, ਪਰੰਪਰਾਵਾਂ ਦੀ, ਗੁਰਦੁਆਰਿਆਂ ਦੀ, ਜਾਂ ਲੰਗਰ ਦੀ, ਸੰਗਤ ਦੀ, ਪੰਗਤ ਦੀ, ਸਹਿਯੋਗ ਦੀ ਪਰ ਚਰਚਾ ਹੋ ਰਹੀ ਦੁਨੀਆ ਪੱਧਰ 'ਤੇ, ਲੋਕੀ ਆਸ਼ਿਸ਼ ਕਰ ਰਹੇ ਸੀਗੇ, ਜਿਸ ਤਰ੍ਹਾਂ ਪੰਜਾਬ ਦੀ ਦ੍ਰਿੜਤਾ ਔਰ ਪੰਜਾਬ ਦੀ ਲੀਡਰਾਂ ਦੀ ਆਪਣੇ ਨਿਸ਼ਾਨਿਆਂ ਪ੍ਰਤੀ ਸਪਸ਼ਟਤਾ ਜੋ ਸੀਗੀ, ਉਹ 'ਤੇ ਦੁਨੀਆ ਹੈਰਾਨ ਸੀਗੀ, ਔਰ ਪੰਜਾਬ ਦੀ ਲੜਾਕੂ ਸ਼ਕਤੀ ਦਾ ਇੱਕ ਦੁਨੀਆ ਭਰ 'ਚ ਇੱਕ ਮੁਜ਼ਾਹਰਾ ਹੋ ਰਿਹਾ ਸੀਗਾ। ਲੋਕੀ ਮਤਲਬ ਇਹਨੂੰ ਬੜੇ ਗੌਰ ਨਾਲ, ਦੁਨੀਆ ਬੜੇ ਗੌਰ ਨਾਲ ਵਾਚ ਰਹੀ ਸੀਗੀ, ਹਿੰਦੁਸਤਾਨ ਬੜੇ ਗੌਰ ਨਾਲ ਵਾਚ ਰਿਹਾ ਸੀਗਾ। ਜਿਹੜਾ ਉਹ ਨਰੇਟਿਵ ਸੀਗਾ, ਉਹ ਨਰੇਟਿਵ ਬਦਕਿਸਮਤੀ ਨੂੰ ਅੱਜ, ਹਾਲਾਂਕਿ ਕਿਸਾਨ ਮੂਵਮੈਂਟ ਚੱਲਦੀ ਪਈ ਹੈ, ਪਰ ਗਾਂਧੀ ਵਾਸਤੇ ਜਿਹੜਾ ਇਹ ਫਾਸ਼ੀਵਾਦ ਵਿਰੋਧੀ ਅਤੇ ਕਾਰਪੋਰੇਟ ਵਿਰੋਧੀ ਨਰੇਟਿਵ ਸੀਗਾ, ਉਹ ਵੀਕਨ ਹੋਇਆ ਹੈਗਾ। ਟਕੈਤ ਸਾਹਿਬ ਦੀ ਜਿਹੜੀ ਲੀਡਰਸ਼ਿਪ ਹੈ, ਮੈਂ ਉਹਨੂੰ ਸਲਾਮ ਕਰਦਾ ਉਹਨਾਂ ਨੂੰ, ਪਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਮਤਲਬ ਪੰਜਾਬ ਦੀ ਲੀਡਰਸ਼ਿਪ, ਕਿਸਾਨ ਲੀਡਰਸ਼ਿਪ, ਜਿਹੜੀਆਂ 32 ਜਥੇਬੰਦੀਆਂ ਸੀਗੀਆਂ, ਜਿਸ ਕਲੈਰਿਟੀ ਨਾਲ, ਜਿਸ ਆਈਡੀਓਲੋਜੀਕਲ ਜੋ ਉਹਨਾਂ ਨੂੰ ਸਪਸ਼ਟਤਾ ਸੀਗੀ ਕਿ ਮੋਦੀ ਸਾਹਿਬ ਕੀ ਚੀਜ਼ ਹੈ, ਭਾਜਪਾ ਚੀਜ਼ ਕੀ ਹੈਗੀ ਹੈ, ਔਰ ਇਸ ਦੇ ਖਿਲਾਫ ਇਸ ਅੰਦੋਲਨ ਦਾ ਕੀ ਮਹੱਤਵ ਹੈਗਾ ਹੈ। ਕਈ ਲੋਕ ਸਿਰਫ ਤਿੰਨਾਂ ਬਿੱਲਾਂ ਨਾਲ ਜੋੜ ਕੇ ਦੇਖਦੇ ਆ, ਤਿੰਨਾਂ ਬਿੱਲਾਂ ਦਾ ਤਾਂ ਮਹੱਤਵ ਹੈ ਹੀ ਹੈ, ਪਰ ਇਸ ਤੋਂ ਵੱਡਾ ਮਹੱਤਵ ਸੀਗਾ ਕਿ ਇੱਕ ਕਾਰਪੋਰੇਟ ਵਰਲਡ ਨੂੰ ਚੈਲੰਜ ਸੀਗਾ। ਬੱਚਾ ਅਡਾਨੀ ਅੰਬਾਨੀ ਦਾ ਪੰਜਾਬ 'ਚ ਨਾਂ ਲੈ ਰਿਹਾ ਸੀਗਾ, ਗਰੀਬ ਲੋਕਾਂ ਦਾ ਨਰੇਟਿਵ ਸੀਗਾ, ਵਰਕਿੰਗ ਕਲਾਸ ਦਾ ਨਰੇਟਿਵ ਸੀਗਾ, ਗਰੀਬ ਕਿਸਾਨਾਂ ਦਾ ਨਰੇਟਿਵ ਸੀਗਾ, ਭਾਰਤੀ ਲੋਕਾਂ ਦਾ ਨਰੇਟਿਵ ਸੀਗਾ, ਔਰ ਮੋਦੀ ਦੇ ਖਿਲਾਫ, ਭਾਜਪਾ ਦੇ ਖਿਲਾਫ, ਉਹਦੇ ਨਾਲ ਜੋੜ ਕੇ ਕਾਰਪੋਰੇਟ ਸੈਕਟਰ ਦੇ ਖਿਲਾਫ, ਅਤੇ ਉਹਦੇ ਨਾਲ ਜਿਹੜੇ ਫਾਸ਼ੀਵਾਦ ਹੈ, ਇਹਦੇ 'ਚ ਸ਼ਹੀਨ ਬਾਗ ਵੀ ਸ਼ਾਮਲ ਸੀਗਾ,
ਇਹਦੇ ਕਸ਼ਮੀਰ ਵੀ ਸ਼ਾਮਲ ਸੀਗਾ, ਸਰਕਾਰ ਦੇ ਸਾਰੇ ਪੁਰਾਣੇ ਗਲਤ ਫੈਸਲੇ, ਨੋਟਬੰਦੀ ਵੀ ਸ਼ਾਮਲ ਸੀਗੀ, ਰਾਜਾਂ ਦੇ ਵੱਧ ਅਧਿਕਾਰ ਵੀ ਸ਼ਾਮਲ ਸੀਗੇ। ਇਹਦੇ 'ਚ ਧਾਰਾ 14 ਤੇ 28 ਜਿਹੜੀ ਸੰਵਿਧਾਨ ਦੀਆਂ ਮਦਾਂ ਹੈਗੀਆਂ ਉਹਦੀ ਲੰਘਣਾ ਕਰੇ 3 ਕਾਨੂੰਨ ਬਣਾਏ ਗਏ, ਉਹ ਵੀ ਵਿਰੋਧ ਸ਼ਾਮਲ ਸੀਗਾ। ਇਹਦੇ 'ਚ ਘੱਟ ਗਿਣਤੀਆਂ ਪ੍ਰਤੀ ਜੋ ਵਤੀਰਾ ਹੈਗਾ ਸਰਕਾਰ ਦਾ ਉਹ ਸ਼ਾਮਲ ਸੀਗਾ। ਸੋ ਇਹ ਅੰਦੋਲਨ ਦੀ ਬਹੁਤ ਸ਼ਾਨਦਾਰ ਇੱਕ ਅੰਦੋਲਨ, ਹਾਲਾਂਕਿ ਅੰਦੋਲਨ ਚੱਲ ਰਿਹਾ, ਮੈਂ ਬੜਾ ਖੁਸ਼ ਹਾਂ ਕਿ ਅੰਦੋਲਨ 'ਚ ਅਜੇ ਪੂਰਾ ਜਲੌ ਕਾਇਮ ਹੈਗਾ, ਪਰ ਮੇਰੇ ਵਾਸਤੇ ਇਸ ਅੰਦੋਲਨ ਜਿਹੜੀ ਧਾਰ ਸੀਗੀ, ਸਿਆਸੀ ਧਾਰ ਸੀਗੀ, ਉਹ ਹੁਣ ਉਨੀ ਤਿੱਖੀ ਨਹੀਂ ਰਹੀ ਹੈਗੀ ਹੈ, ਕਿਉਂਕਿ ਸਰਕਾਰ ਦਾ ਕੋਸ਼ਿਸ਼ ਸੀਗੀ ਕਿ ਜਿਹੜੀ ਇਹ ਖੱਬੇ ਪੱਖੀ ਵਿਚਾਰਧਾਰਾ ਦੇ ਤਹਿਤ ਇੱਕ ਨਰੇਟਿਵ ਬਣਾਇਆ ਜਾ ਰਿਹਾ ਔਰ ਜਿਹਦੀ ਬੜੀ ਕਾਟ ਹੈਗੀ ਹੈ, ਉਸ ਨਰੇਟਿਵ ਨੂੰ ਤੋੜਿਆ ਜਾਵੇ ਔਰ ਪੰਜਾਬ ਵਿੱਚ ਜਿਸ ਸੰਘਰਸ਼ ਵਿੱਚ ਇੱਕ ਇਹਨੂੰ ਸਿੱਖ ਵਰਸਸ ਕਾਮਰੇਡ ਉਹ ਨਰੇਟਿਵ ਸਿਰਜਿਆ ਜਾਵੇ। ਉਹਦੇ ਸਰਕਾਰ ਕਿਤੇ ਨਾ ਕਿਤੇ ਕਾਮਯਾਬ ਹੋਈ ਹੈ ਔਰ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਯੋਗਦਾਨ ਹੈਗਾ ਉਹ 26 ਦੀਆਂ ਘਟਨਾਵਾਂ ਦਾ ਹੈਗਾ ਹੈ, ਜਿਹਨੇ ਸਰਕਾਰ ਨੂੰ ਵੀ ਬਲ ਬਖਸ਼ਿਆ ਔਰ ਜਿਹੜੀਆਂ ਆਪਣੀਆਂ ਕਿਸਾਨ ਸੰਗਠਨ ਸੀਗੇ ਉਹਨਾਂ ਦੀ ਲੀਡਰਸ਼ਿਪ ਦੇ ਖਿਲਾਫ ਇੱਕ ਮਾਹੌਲ ਬਣਾਉਣ ਵਾਸਤੇ ਵੀ ਉਹਨਾਂ ਨੇ ਇੱਕ ਮਾਹੌਲ ਪੈਦਾ ਕੀਤਾ, ਇੱਕ ਉਹਨਾਂ ਨੇ ਬਿਰਤਾਂਤ ਮਤਲਬ ਬਣਾਇਆ ਹੈਗਾ। ਡਾਕਟਰ ਸਾਹਿਬ, ਇਸੇ ਬਿਰਤਾਂਤ ਦੇ ਵਿਚਾਲੇ ਜਦੋਂ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਚਰਚਾਵਾਂ ਖਾਲਿਸਤਾਨ ਦੇ ਨਾਲ ਕਨੈਕਸ਼ਨ ਦੀ ਪੂਰੀ ਪੁਣਛਾਣ ਹੋ ਰਹੀ ਹੈ। ਦਿਸ਼ਾ ਰਵੀ ਆਪਾਂ ਜੇ ਦੇਖੀਏ ਇੱਕ ਮਤਲਬ ਕਿ ਜਿਸ ਤਰੀਕੇ ਨਾਲ ਸਿਨੈਰੀਓ ਬਣਦਾ ਹੈ ਕਿ ਖਾਲਿਸਤਾਨ ਦਾ ਕਨੈਕਸ਼ਨ ਸਿਰਫ ਸਿੱਖਾਂ ਨਾਲ ਜੋੜਿਆ ਜਾਂਦਾ, ਜਿਨ੍ਹਾਂ ਨਾਲ ਵਧੀਕੀਆਂ ਹੋਈਆਂ ਉਹਨਾਂ ਦੇ ਜਿਹੜੇ ਬਾਹਰ ਬੈਠੇ ਉਹ ਆਵਾਜ਼ ਚੁੱਕਦੇ ਨੇ, ਇੱਥੇ ਵੀ ਆਵਾਜ਼ ਚੁੱਕੀ ਜਾਂਦੀ ਹੈ ਖਾਲਿਸਤਾਨ ਦਾ ਨਾਮ ਲੈ ਕੇ। ਇਸ ਅੰਦੋਲਨ ਨੂੰ ਉਹਦੇ ਆਲੇ ਦੁਆਲੇ ਘੁਮਾਉਣ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਫੇਲ ਸਾਬਤ ਹੋਏ ਨੇ ਹੁਣ ਤੱਕ। ਪਰ ਦਿਸ਼ਾ ਰਵੀ ਦਾ ਗ੍ਰਿਫਤਾਰ ਹੋਣਾ ਜਾਂ ਉਹਦੇ ਨਾਲ ਹੋਰ ਗ੍ਰਿਫਤਾਰੀਆਂ ਹੋਣੀਆਂ, ਖਾਲਿਸਤਾਨ ਦੇ ਨਾਲ ਉਹਨਾਂ ਦਾ ਤਾਂ ਕੋਈ ਦੂਰ ਨੇੜੇ ਦਾ ਵਾਸਤਾ ਨਹੀਂ, ਪਰ ਜਿਸ ਤਰੀਕੇ ਨਾਲ ਪੁਲਿਸ ਕ੍ਰੀਏਟ ਕਰ ਰਹੀ ਆ ਉਹਨੂੰ ਕਿੱਦਾਂ ਦੇਖਦੇ ਹੋ ਕਿ ਉਹ ਤਾਂ ਕੋਈ ਸਿੱਖ ਪਰਿਵਾਰ ਚੋਂ ਨਹੀਂ, ਨਾ ਹੀ ਉਹਨਾਂ ਨੇ ਕਦੇ ਇਹੋ ਜਿਹੀ ਮੰਗ ਕੀਤੀ ਹੈ? ਨਹੀਂ, ਇਕੱਲਾ ਉਹਨਾਂ ਥੋੜ੍ਹੀ ਦਿਸ਼ਾ ਰਵੀ ਇੱਕ ਐਗਜ਼ਾਮਪਲ ਹੈ, ਹੋਰ ਵੀ ਜਿੰਨੇ ਐਕਟਿਵਿਸਟਾਂ ਨੂੰ ਇਹ ਟਰੈਕ ਕਰ ਰਹੇ ਹੈਗੇ ਆ ਉਹਨਾਂ ਦਾ ਖਾਲਿਸਤਾਨ ਨਾਲ ਕੋਈ ਲੱਗ ਦੇਖ ਹੈ ਹੀ ਨਹੀਂ। ਗੱਲ ਤਾਂ ਹੈ ਕਿ ਸਰਕਾਰ ਦਾ ਵਿਰੋਧ ਕਰਦੇ ਨੇ, ਕਿਸਾਨੀ ਦੇ ਹੱਕ ਵਿੱਚ ਇੱਕ ਸੰਸਾਰ ਵਿਆਪੀ ਇੱਕ ਟਵਿੱਟਰ ਕੰਪੇਨ, ਟਵਿੱਟਰ ਸਟਾਰਮ ਲਿਆਉਣਾ ਚਾਹੁੰਦੇ ਸੀਗੇ, ਜਿਹੜਾ ਕਿ ਬਿਲਕੁਲ ਜਾਇਜ਼ ਹੈਗਾ। ਇਹਨਾਂ ਦੇ ਭਾਜਪਾ ਦੇ IT ਸੈੱਲ ਡੇਲੀ ਟਵਿੱਟਰ ਤੇ ਡੇਲੀ ਮਤਲਬ ਉਹ ਹਨੇਰੀ ਚਲਾਉਂਦਾ ਹੈਗਾ, ਜਿਹਨੂੰ ਟਵਿੱਟਰ ਸਟਾਰਮ ਕਹਿੰਦੇ ਹੈਗੇ ਆ, ਕਦੇ ਕਿਸੇ ਦੇ ਖਿਲਾਫ, ਕਦੇ ਕਿਸੇ ਦੇ ਖਿਲਾਫ, ਕਦੇ ਕਿਸੇ ਦੇ ਹੱਕ ਵਿੱਚ। ਜੇ ਭਾਜਪਾ ਦੇ IT ਸੈੱਲ ਕਰ ਸਕਦਾ ਤਾਂ ਕਿਸੇ ਵੀ ਹਿੰਦੁਸਤਾਨੀ ਨੂੰ, ਮੈਨੂੰ ਬਤੌਰ ਗਾਂਧੀ ਇਹ ਹੱਕ ਹੈ ਕਿ ਮੈਂ ਆਪਣੇ ਆਈਡੀਆ ਨੂੰ ਟਵਿੱਟਰ ਦੇ ਥਰੂ ਸਾਰੀ ਦੁਨੀਆ ਪਹੁੰਚਾਵਾਂ ਹੈਗਾ। ਔਰ ਇਹ ਮੀਡੀਆ ਹੈ, ਸੋਸ਼ਲ ਮੀਡੀਆ ਦਾ ਪਰਪਸ ਇਹੀ ਹੈਗਾ, ਇਹਦੀ ਇੰਪੋਰਟੈਂਸ ਇਹੀ ਹੈ ਕਿ ਇੱਥੇ ਜਿਹੜੇ ਵਿਚਾਰਾਂ ਦਾ ਪ੍ਰਵਾਹ ਹੈਗਾ ਉਹ ਇੰਨੀ ਤੇਜ਼ੀ ਨਾਲ ਹੁੰਦਾ ਹੈਗਾ ਔਰ ਇੰਨੇ ਵਿਆਪਕ ਹੁੰਦਾ ਹੈਗਾ ਕਿ ਉਹਦਾ ਪ੍ਰਚਾਰ ਜਿਹੜੀ ਧਿਰ ਉਹਨੂੰ ਕੰਪੇਨ ਚਲਾਉਣੀ ਹੈਗੀ ਹੈ ਉਹਨੂੰ ਸਿਆਸੀ ਤੌਰ 'ਤੇ ਫਾਇਦਾ ਹੁੰਦਾ, ਸੰਗਠਨ ਦੇ ਤੌਰ 'ਤੇ ਵੀ ਉਹਨੂੰ ਫਾਇਦਾ ਹੁੰਦਾ ਹੈਗਾ। ਸੋ ਇਹ ਜਿਹੜੀ ਕੰਪੇਨ ਚਲਾਉਣ ਨੂੰ ਕਹਿੰਦੇ ਸੀਗੇ ਦਿਸ਼ਾ ਰਵੀ ਹੋਣੀ, ਜਾਂ ਜਿਹਦੀ ਮਤਲਬ ਜਿਹੜੀ ਸਵੀਡਿਸ਼ ਕੁੜੀ ਹੈਗੀ ਹੈ ਉਹਦਾ ਨਾਂ ਹੈਗਾ ਆਪਣਾ ਗ੍ਰੇਟਾ ਥਨਬਰਗ, ਜਿਹੜੀ ਕਿ ਬਹੁਤ ਯੰਗ ਉਮਰ 'ਚ ਇੱਕ ਸੰਸਾਰ ਦੇ ਜੋ ਵਾਤਾਵਰਨ ਨੂੰ ਤਬਾਹੀ ਕੀਤੀ ਹੈ ਕਾਰਪੋਰੇਟ ਵਰਲਡ ਨੇ, ਜੋ ਸਰਮਾਏਦਾਰ ਸਿਸਟਮ ਨੇ ਤੇ ਜੋ ਮਤਲਬ ਲਾਲਚੀ ਲੋਕਾਂ ਨੇ, ਉਹਦੇ ਖਿਲਾਫ ਇੱਕ ਸੰਸਾਰ ਵਿਆਪੀ ਕੰਪੇਨ ਚਲਾ ਰਹੀ ਹੈਗੀ ਹੈ। ਉਹਦੇ ਵਰਗਿਆਂ ਨੂੰ, ਬੱਚੀਆਂ ਨੂੰ, ਤੇ ਆ ਵੀ ਬੱਚੀ ਹੈਗੀ ਹੈ ਜਿਹੜੀ ਆਪਣੀ ਦਿਸ਼ਾ ਰਵੀ, ਇੱਦਾਂ ਦੀ ਬੱਚੀਆਂ ਤੋਂ ਹੁਣ ਭਾਰਤੀ ਸਰਕਾਰ ਨੂੰ ਡਰ ਲੱਗਣ ਲੱਗ ਪਿਆ। ਤਾਂ ਇਸ ਭਾਰਤ ਸਰਕਾਰ ਦੀ ਕਮਜ਼ੋਰੀ ਹੈ, ਕਮਜ਼ੋਰੀ ਇਹ ਤਾਕਤ। ਇਹਦੇ ਨਾਲ ਨੌਜਵਾਨੀ ਜਿਹੜੀ ਆ ਉਹ ਸਰਕਾਰ ਖਿਲਾਫ ਨਹੀਂ ਹੋਏਗੀ ਕਿ ਨੌਜਵਾਨ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ? ਬਿਲਕੁਲ, ਤੁਸੀਂ ਦੇਖੋ ਕਿ ਜਿਹੜੀ ਆਪਣੀ ਨੌਦੀਪ ਸਿੰਘ ਫੜੀ ਹੈਗੀ ਹੈ, ਨੌਦੀਪ ਕੌਰ ਫੜੀ ਹੈਗੀ ਹੈ ਆਪਣਾ ਟਿੱਕਰੀ ਬਾਰਡਰ ਤੋਂ ਬਾਹਰ ਆਊਟਸਕਰਟਸ ਵਿੱਚੋਂ, ਉਹ ਵੀ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਮਜ਼ਦੂਰ ਨੇਤਾ ਹੈਗੀ ਹੈ, ਮਜ਼ਦੂਰਾਂ ਨੂੰ ਕਿਸਾਨ ਹੱਕ ਲਾਮਬੰਦ ਕਰ ਰਹੀ ਸੀਗੀ, ਉਹ ਤੇ ਇਹੋ ਜਿਹੀਆਂ ਧਾਰਾਵਾਂ ਲਾਈਆਂ ਜਿਸ 'ਚੋਂ ਮਤਲਬ ਬੜੀ ਲੰਬੀ ਉਹਨੂੰ ਕੈਦ ਸਜ਼ਾ ਹੋ ਸਕਦੀ ਹੈਗੀ ਹੈ। ਇਵੇਂ ਮਤਲਬ ਜਿਹੜੇ ਲਾਲ ਕਿਲ੍ਹੇ ਦੇ ਨੌਜਵਾਨ ਫੜੇ ਹੈਗੇ ਆ, ਉਹ ਵੀ ਮੈਂ ਐਜ਼ ਬਤੌਰ ਡਾਕਟਰ ਗਾਂਧੀ, ਬਤੌਰ ਜਮਹੂਰੀ ਵਿਅਕਤੀ ਹੋਣ ਦੇ ਨਾਤੇ ਮੈਂ ਸਰਕਾਰ ਤੋਂ ਮੰਗ ਕਰਦਾ ਹੈਗਾ ਕਿ ਪੰਜਾਬ ਤੋਂ ਜਿੰਨੇ ਵੀ ਬੰਦੇ ਗ੍ਰਿਫਤਾਰ ਕੀਤੇ ਹੈਗੇ ਆ, ਇਨਕਲੂਡਿੰਗ ਇਹਦੇ ਮੇਰੇ ਕਿੰਨੇ ਵੀ ਕਿਸੇ ਨਾਲ ਮਤਭੇਦ ਕਿਉਂ ਨਾ ਹੋਣ, ਇਨਕਲੂਡਿੰਗ ਜਿਹੜੇ ਆਪਣੇ ਦੀਪ ਸਿੱਧੂ ਜਾਂ ਜਿਹੜੇ ਬਾਕੀ ਦੇ ਮੁੰਡੇ ਆ ਜਿਨ੍ਹਾਂ ਤੇ ਅਲੱਗ-ਅਲੱਗ ਧਾਰਾਵਾਂ ਲਾ ਕੇ ਜੇਲ੍ਹਾਂ 'ਚ ਬੰਦ ਕੀਤੇ ਆ, ਜਿਹੜੇ ਅਜੇ ਜਾਂ ਅਲੋਪ ਆ, ਜਿਹੜੇ ਗੁਆਚੇ ਹੋਏ ਕਹਿੰਦੇ ਆ, ਜਿਨ੍ਹਾਂ ਨੂੰ ਜਿਹੜੇ ਮਤਲਬ ਇਹਨਾਂ ਨੇ ਚੁੱਕ ਕੇ ਲੈ ਗਏ ਹੈਗੇ, ਸਾਰੇ ਰਿਹਾ ਕੀਤੇ ਜਾਣ, ਉਹਨਾਂ ਦੇ ਸਾਰੇ ਮੁਕੱਦਮੇ ਖਤਮ ਕੀਤੇ ਜਾਣ, ਜਾਂ ਜਿਹੜੇ ਕਾਨੂੰਨੀ ਤੌਰ 'ਤੇ ਬਣਦਾ ਹੱਕ ਹੈਗਾ ਉਹਨਾਂ ਨੂੰ ਮਤਲਬ ਛੱਡ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਲੜਾਈ ਲੜੀ ਜਾਵੇ, ਨਾ ਕਿ ਉਹਨਾਂ ਨੂੰ ਮਤਲਬ ਜੇਲ੍ਹਾਂ ਰੱਖ ਕੇ ਉਹਨਾਂ ਨੂੰ ਤਸੀਹੇ ਦਿੱਤੇ ਜਾਣ ਜਾਂ ਉਹਨਾਂ ਨੂੰ ਟੌਰਚਰ ਕੀਤਾ ਜਾਵੇ। ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇਹ ਗੱਲਾਂ ਮੰਨੇਗੀ? ਕਿਸਾਨ ਪਹਿਲਾਂ ਵੀ ਕਹਿੰਦੇ ਸੀ, ਹੁਣ ਕਹਿੰਦੇ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਲੈਵਲ ਤੱਕ ਜਾ ਕੇ ਗੱਲਬਾਤ ਹੋਵੇ ਤਾਂ ਮਸਲਾ ਕਿਤੇ ਨਾ ਕਿਤੇ ਨਿਬੜ ਸਕਦਾ? ਦੇਖੋ, ਡਿਪੈਂਡ ਕਰਦਾ ਕਿ ਨਾ ਇਹ ਮੂਵਮੈਂਟ ਹੈ, ਲਹਿਰ ਹੈਗੀ ਹੈ, ਇਹਨੂੰ ਦੋ ਕੰਮ ਕਰਨੇ ਚਾਹੀਦੇ ਹੈ। ਇੱਕ ਤਾਂ ਇਹ ਦੇਸ਼ ਵਿਆਪੀ ਬਣਾਉਣਾ ਚਾਹੀਦਾ, ਹੋਰ ਇਹਨੂੰ ਐਕਸਪੈਂਡ ਕਰਨਾ ਚਾਹੀਦਾ ਬਿਯੋਂਡ ਹਿੰਦੀ
ਦੀ ਬੈਲਟ ਆਲਸੋ। ਦੂਜਾ ਹੈ ਕਿ ਜਿਹੜਾ ਤੀਜਾ ਕਾਨੂੰਨ ਹੈ ਜਿਹਦੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈਗਾ ਹੈ, ਜਦੋਂ ਉਹ ਲਾਗੂ ਹੋਊਗਾ, ਜਦੋਂ ਸਾਰੀ ਸਟੋਰੇਜ ਅੰਬਾਨੀਆਂ ਅਡਾਨੀਆਂ ਕੋਲ ਚੱਲ ਗਈ, ਸਾਰੀ ਡਿਸਟ੍ਰੀਬਿਊਸ਼ਨ ਅੰਬਾਨੀਆਂ ਕੋਲ ਚੱਲ ਗਈ, ਉਸ ਤੋਂ ਬਾਅਦ ਜਿਹੜੀ ਮਿਡਲ ਕਲਾਸ, ਲੋਅਰ ਮਿਡਲ ਕਲਾਸ, ਸ਼ਹਿਰੀ ਮੱਧ ਵਰਗ, ਗਰੀਬ ਜੋ ਰੋਜੀ ਰੋਟੀ ਕਮਾਉਣ ਵਾਲੇ ਬੰਦੇ ਹੈਗੇ ਆ, ਗਰੀਬ ਦੁਕਾਨਦਾਰ ਹੈਗੇ ਆ, ਜਾਂ ਮਤਲਬ ਰੇਹੜੀਆਂ ਵਾਲੇ ਬੰਦੇ ਹੈਗੇ ਆ, ਜਾਂ ਮਤਲਬ ਛੋਟੇ ਮੁਲਾਜ਼ਮ ਹੈਗੇ ਆ, ਰੂਰਲ ਅਰਬਨ ਪੂਅਰ ਹੈਗਾ ਹੈ, ਉਹਨਾਂ ਸਾਰਿਆਂ ਨੂੰ ਇਸ ਬਿੱਲ ਨੇ ਇਹੋ ਜਿਹਾ ਮਲੀਆ ਮੇਟ ਕਰਨਾ, ਇਹੋ ਜਿਹਾ ਤਬਾਹੀ ਕਰਨੀ ਹੈ ਕਿ ਉਹਨਾਂ ਨੂੰ ਮਤਲਬ ਕਣਕ ਦਾ ਆਟਾ ਜਾਂ ਆਪਣੀ ਜ਼ਿੰਦਗੀ ਚਲਾਉਣ ਵਾਸਤੇ ਜੀਣਾ ਮੁਸ਼ਕਿਲ ਹੋ ਜਾਣਾ। ਉਹ ਇੱਕ ਇੱਦਾਂ ਬੜਾ ਵਰਗ ਹੈ, ਉਪਭੋਗਤਾ ਜਿਹੜਾ ਵਕਤ ਹੈ, ਜਿਹੜਾ ਕੰਜ਼ਿਊਮਰ ਵਰਗ ਹੈਗਾ, ਉਹਨੂੰ ਚੇਤਨ ਕਰਨ ਦੀ ਲੋੜ ਹੈ। ਸ਼ਹਿਰਾਂ 'ਚ ਬੈਠੀ ਜਿਹੜੀ ਲੋਅਰ ਮਿਡਲ ਕਲਾਸ ਹੈ, ਕੁਛ ਤਾਂ ਮਿਡਲ ਕਲਾਸ ਸਰਮਾਏਦਾਰੀ ਦਾ ਹਿੱਸਾ ਹੈਗੇ, ਉਹਨਾਂ ਦੇ ਨਾਲ ਜੁੜੇ ਹੋਏ ਹੈਗੇ ਆ, ਜਿਹੜੇ ਕਰਪਟ ਸਿਆਸਤਦਾਨ ਨੇ, ਕਰਪਟ ਮਤਲਬ ਬਿਜ਼ਨਸਮੈਨ ਨੇ, ਕਰਪਟ ਅਫਸਰਸ਼ਾਹ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਜਿਹੜੇ ਹੇਠਾਂ ਬੰਦੇ ਹੈਗੇ ਆ ਬਹੁਤ ਗਿਣਤੀ ਵਿੱਚ 90-95% ਉਹਨਾਂ ਤੱਕ ਪਹੁੰਚ ਕਰਕੇ ਇੱਕ ਹੋਰ ਮਤਲਬ ਜਿਹਨੂੰ ਕਹਿੰਦੇ ਲਹਿਰ ਨੂੰ ਤਕੜਿਆਈ ਦੇਣ ਵਾਸਤੇ ਉਹਨਾਂ ਨੂੰ ਲਾਮਬੰਦ ਕਰਨਾ ਚਾਹੀਦਾ, ਔਰ ਉਹਨਾਂ ਨੂੰ ਸ਼ਹਿਰਾਂ 'ਚ ਬਣਨਾ ਚਾਹੀਦਾ, ਉਹਨਾਂ ਨੂੰ ਕਸਬਿਆਂ 'ਚ ਬਣਨਾ ਚਾਹੀਦਾ ਹੈਗਾ। ਇੱਕ ਤਾਂ ਇਹ ਹੈ, ਇੱਕ ਮੁਲਕ ਨੂੰ ਦੇਸ਼ ਵਿਆਪੀ ਲਹਿਰ ਬਣਾਇਆ ਜਾਵੇ, ਦੇਸ਼ ਵਿੱਚ ਇਹਨੂੰ ਫੈਲਾਇਆ ਜਾਵੇ। ਦੂਜਾ, ਜਿਹੜੇ ਦੂਜੇ ਵਰਗ ਨੇ, ਅਫੈਕਟਡ ਵਰਗ ਨੇ, ਜਿਹਨੂੰ ਅੱਜ ਤੱਕ ਸੋਝੀ ਨਹੀਂ ਆ ਰਹੀ ਹੈ, ਜਿਹੜੇ ਸਿਰਫ ਇਹਨੂੰ ਕਿਸਾਨੀ ਅੰਦੋਲਨ ਸਮਝ ਰਹੇ ਹੈ, ਉਹਨਾਂ ਨੂੰ ਇਨਵੋਲਵ ਕਰਨਾ ਚਾਹੀਦਾ। ਤੀਜਾ, ਉਹ ਸਾਰੇ ਲੋਕ ਜਿਹੜੇ ਫਾਸ਼ੀਵਾਦ ਦੇ ਖਤਰੇ ਨੂੰ ਸਮਝਦੇ ਹੈਗੇ ਆ, ਇਕੱਲੇ ਬਿੱਲਾਂ ਦੀ ਗੱਲ ਨਹੀਂ ਹੈਗੀ ਹੈ, ਜਿਹੜੇ ਫਾਸ਼ੀਵਾਦ ਔਰ ਫਾਸ਼ੀਵਾਦ ਕੀ ਕੁਛ ਕਰਦਾ ਹੁੰਦਾ ਲੋਕਾਂ ਨਾਲ ਉਹਨੂੰ ਸਮਝਦੇ ਹੈਗੇ ਆ, ਉਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ, ਚਾਹੇ ਹਿੰਦੁਸਤਾਨ ਭਰ ਦੇ ਬੁੱਧੀਜੀਵੀ ਹੋਣ, ਚਾਹੇ ਸੰਸਾਰ ਭਰ ਦੇ ਬੁੱਧੀਜੀਵੀ ਹੋਣ, ਤਾਂ ਕਿ ਇਹ ਜਿਹੜਾ ਇਹ ਕਿਸਾਨ ਮੋਰਚਾ ਹੈਗਾ, ਜੋ ਜਿਸ ਮਕਸਦ ਨੂੰ ਲੈ ਕੇ ਚੱਲਿਆ ਸੀ, ਔਰ ਜੋ ਇਹਦਾ ਇੱਕ ਨੈਰੇਟਿਵ ਸੀਗਾ ਐਂਟੀ ਕਾਰਪੋਰੇਟ ਔਰ ਐਂਟੀ ਫਾਸਿਸਟ, ਐਂਟੀ ਬੀਜੇਪੀ, ਜਿਹੜੀ ਕਿ ਅੱਜ ਨੁਮਾਇੰਦਗੀ ਕਰਦੀ ਹੈਗੀ ਹੈ ਫਾਸਿਸਟ ਟੈਂਡੈਂਸੀ ਦੀ, ਫਾਸਿਸਟ ਰੁਚੀਆਂ ਦੀ, ਜਿਹਦੇ ਵਿੱਚ ਹੈਗੀਆਂ, ਔਰ ਕੁਝ ਅਮਲ ਵੀ ਸਾਹਮਣੇ ਆਇਆ। ਕੱਲੇ ਮੈਂ ਟਵੀਟ ਪੜ੍ਹ ਰਿਹਾ ਸੀਗਾ, ਅਨਿਲ ਵਿਜ ਦਾ, ਹਰਿਆਣੇ ਦਾ ਮਿਨਿਸਟਰ ਹੈਗਾ, ਕਹਿੰਦੇ ਆ ਕਿ ਕੱਲੀ ਇਹ ਨਹੀਂ ਜਿਹੜੀ ਲੜਕੀ ਹੈਗੀ ਹੈ ਦਿਸ਼ਾ ਰਵੀ ਦੀ ਗੱਲ ਨਹੀਂ ਹੈਗੀ ਹੈ, ਜਿਹੜਾ ਬੰਦਾ ਵੀ ਦੇਸ਼ ਦਰੋਹ ਵਾਲੇ ਦੇਸ਼ ਦੇ ਖਿਲਾਫ ਸੋਚਦਾ ਹੈਗਾ, ਉਹ ਸਭ ਨੂੰ ਮਲੀਆ ਮੇਟ ਕਰ ਦੇਣਾ ਚਾਹੀਦਾ, ਨਸਲ ਉਹਦਾ ਖਾਤਮਾ ਹੀ ਕਰ ਦੇਣਾ ਚਾਹੀਦਾ। ਇਹ ਹੈਗਾ ਇੱਕ ਕਤਲੋਗਾਰਤ ਕਰਨ ਦੀ ਮਤਲਬ ਧਮਕੀ ਹੈਗੀ ਹੈ। ਸੋ ਇੱਦਾਂ ਦਾ ਖਤਰਨਾਕ ਹਾਲਾਤ ਪੈਦਾ ਹੋ ਰਹੇ, ਜਿਹਦੀ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਬੁੱਧੀਜੀਵੀ ਫੜੇ ਹੋਏ ਹੈਗੇ, ਔਰ ਉਹ ਵੀ ਜਿਵੇਂ ਹੁਣ ਕਹਿੰਦੇ ਆ ਕਿ ਫਲਾਨਾ ਜਿਹੜਾ ਜਿਹਨੂੰ ਟੂਲ ਕਿਟ ਕਹਿੰਦੇ ਹੈਗੇ ਆ, ਇੱਕ ਹੋਰ ਟੂਲ ਕਿਟ ਦੀ ਕਹਾਣੀ ਵਾਸ਼ਿੰਗਟਨ ਪੋਸਟ ਨੇ ਛਾਇਆ ਕੀਤੀ ਹੈਗੀ ਹੈ ਅਮਰੀਕਾ ਤੋਂ, ਜਿਹੜੀ ਕਹਿੰਦੀ ਕਿ ਜਿਸ ਟੂਲ ਕਿਟ ਤਹਿਤ ਜਿਹੜੇ ਭੀਮਾ ਕੋਰੇਗਾਂਵ ਦੇ ਜਿਹੜੇ ਬੰਦੇ ਇੰਟੈਲੈਕਚੁਅਲ ਸੀਗੇ ਜਾਂ ਕਾਰਕੁਨ ਸੀ ਗ੍ਰਿਫਤਾਰ ਕੀਤੇ ਆ, ਉਹ ਟੂਲ ਕਿਟ ਪਲਾਂਟ ਕੀਤੀ ਗਈ ਹੈ 2 ਸਾਲ ਪਹਿਲਾਂ ਉਸ ਬੰਦੇ ਦੀ ਉਹਦੇ ਮਤਲਬ ਜਿਹਨੂੰ ਕਹਿੰਦੇ ਲੈਪਟਾਪ ਵਿੱਚ, ਔਰ ਇੰਨੀਆਂ ਘਟੀਆ ਸਾਜ਼ਿਸ਼ਾਂ ਸਰਕਾਰ ਕਰ ਸਕਦੀ ਹੈ, ਇਹ ਮੈਂ ਕਿਸੇ ਨੇ ਕਦੇ ਸੋਚਿਆ ਨਹੀਂ ਹੋਣਾ। ਜਿਸ ਕੰਪਨੀ ਨੇ ਇਹਨੂੰ ਇੰਟੈਰੋਗੇਟ ਕੀਤਾ ਇਸ ਟੂਲ ਕਿਟ ਵਾਲੀ ਗੱਲ ਨੂੰ, ਉਹ ਕਹਿੰਦੇ ਅਸੀਂ ਬਹੁਤ ਦੁਨੀਆ ਭਰ ਦੇ ਪੁਲਿਸ ਦੇ, ਮਿਲਟਰੀ ਦੇ, ਜਿਹੜੇ ਸੀਕਰਟ ਸਰਵਿਸਿਜ਼ ਹੈ ਉਹਨਾਂ ਦੇ ਅਸੀਂ ਮਤਲਬ ਹੈਲਪ ਕਰਦੇ ਹਾਂ, ਜਾਂ ਉਹਨਾਂ ਦੇ ਡਾਕੂਮੈਂਟ ਇੰਟੈਰੋਗੇਟ ਕਰਕੇ ਅਸੀਂ ਰਿਜ਼ਲਟ ਕੱਢਦੇ ਹਾਂ। ਇੰਨਾ ਸਾਜ਼ਿਸ਼ੀ ਢੰਗ ਅਸੀਂ ਹੁਣ ਤੱਕ ਨਹੀਂ ਦੇਖਿਆ, ਇੰਨਾ ਘਟੀਆ ਤੇ ਕਮੀਨਾ ਢੰਗ ਅਸੀਂ ਹੁਣ ਤੱਕ ਨਹੀਂ ਦੇਖਿਆ। ਉਹ ਜਥੇਬੰਦੀ ਦਾ ਕਹਿਣਾ ਜੀ, ਜਿਸ ਜਥੇਬੰਦੀ ਨੇ ਇਹ ਤੇ ਰਿਸਰਚ ਕਰਕੇ ਸਾਰਾ ਮਾਮਲਾ ਬਾਹਰ ਲੈ ਕੇ ਆਂਦਾ ਹੈ। ਡਾਕਟਰ ਸਾਹਿਬ, ਹੁਣੇ ਦੇ ਵਿਚਾਲੇ ਕੁਝ ਲੋਕ ਇਹ ਗੱਲ ਕਹਿੰਦੇ ਨੇ ਕਿ ਸੋਧਾਂ ਤੇ ਮੰਨ ਜਾਣਾ ਚਾਹੀਦਾ। ਜੇ ਮੰਨ ਲਓ ਕਿ ਅਗਲੀ ਮੀਟਿੰਗ ਪ੍ਰਧਾਨ ਮੰਤਰੀ ਸਾਹਿਬ ਤੱਕ ਹੁੰਦੀ ਹੈ, ਇੱਕ ਫੋਨ ਕਾਲ ਦੇ ਵਿੱਚ ਦੂਰੀ ਹੈ ਬਸ, ਜੇ ਗੱਲ ਹੁੰਦੀ ਹੈ ਕੀ ਸੋਧਾਂ ਤੇ ਮੰਨ ਜਾਣਾ ਚਾਹੀਦਾ? ਜੇ ਸੋਧਾਂ ਤੇ ਨਹੀਂ ਮੰਨਦੇ ਤਾਂ ਫਿਰ ਅੰਦੋਲਨ ਕਿੱਦਾਂ ਚੱਲੂਗਾ ਅੱਗੇ? ਦੇਖੋ, ਮੇਰਾ ਆਪਣਾ ਵਿਚਾਰ ਹੈਗਾ ਕਿ ਇਹ ਸੋਧਾਂ ਦਾ ਜਿਹੜਾ 1.5 ਸਾਲ ਤਾਂ ਬਹੁਤ ਘੱਟ ਹੈਗਾ, ਘੱਟੋ ਘੱਟ 3 ਸਾਲ ਦੀ ਜੇ ਸਰਕਾਰ ਗਰੰਟੀ ਦਿੰਦੀ ਹੈ ਕਿ ਵੀ ਅਸੀਂ ਇਹਨੂੰ ਸੋਧਾਂ ਨਹੀਂ, ਜੇ 3 ਸਾਲ ਲਈ ਇਹਨਾਂ ਬਿੱਲਾਂ ਨੂੰ ਮਨਸੂਖ ਕਰਨ ਦੀ ਜਾਂ ਸਸਪੈਂਡ ਕਰਨ ਦੀ, ਬਿੱਲਾਂ ਨੂੰ ਲਾਗੂ ਨਾ ਕਰਨ ਦੀ ਜੇ ਗਰੰਟੀ ਦਿੰਦੀ ਹੈ ਲਿਖਤੀ, ਔਰ MSP ਗਰੰਟੀ ਦਿੰਦੀ ਹੈ, ਤਾਂ ਆਪਾਂ ਨੂੰ ਅੰਦੋਲਨਕਾਰੀ ਨੂੰ ਮੰਨ ਜਾਣਾ ਚਾਹੀਦਾ। ਡਾਕਟਰ ਸਾਹਿਬ, ਖਤਰਾ ਇਹਦੇ ਵਿੱਚ ਇਹਦਾ ਵੀ ਹੈ ਨਾ, ਜਿਵੇਂ ਹੁਣ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਕਹਿੰਦੇ ਅਸੀਂ ਲਾਗੂ ਕਰ ਦਿਆਂਗੇ ਪੱਛਮੀ ਬੰਗਾਲ ਦੇ ਵਿੱਚ ਜੇ ਸਰਕਾਰ ਬਣਦੀ ਹੈ, ਇੱਦਾਂ ਹੀ ਜੇ ਮੰਨ ਲਓ ਕੱਲ੍ਹ ਨੂੰ ਇਹਨੂੰ ਵੀ ਲਾਗੂ ਕਰ ਦਿੱਤਾ ਫਿਰ ਕੀ ਕਰੋਗੇ? ਇਹ ਫਿਲਹਾਲ ਤਾਂ ਠੰਡੇ ਬਸਤੇ 'ਚ ਪਾ ਦੇਣਗੇ। ਇੰਨਾ ਵੱਡਾ ਅੰਦੋਲਨ, ਇੰਨਾ ਵੱਡਾ ਵੇਗ ਮੁੜ ਕੇ ਕਿੱਥੋਂ ਖੜਾ ਹੋਣਾ? ਨਹੀਂ, ਜਿਹੜਾ ਵੀ ਹੋਊਗਾ ਉਹ ਪਾਰਲੀਮਾਨੀ ਕਾਰਵਾਈ ਤਾਂ ਹੀ ਹੋਊਗਾ। MSP ਵੀ ਪਾਰਲੀਮਾਨੀ ਕਾਰਵਾਈ ਰਹੀ, ਇੱਕ ਕਾਨੂੰਨ ਦਾ ਹਿੱਸਾ ਬਣੂਗੀ, ਕਾਨੂੰਨੀ ਰੂਪ ਦਿੱਤਾ ਜਾਊਗਾ। ਇਵੇਂ ਜਿਹੜੇ 3 ਬਿੱਲ ਵੀ ਮਨਸੂਖ ਹੋਣਗੇ, ਇਹ ਵੀ ਕੋਈ ਨਹੀਂ ਕਿ ਜਵਾਨੀ ਕਲਾਮੀ ਕਹਿਤਾ ਤੇ ਮਨਸੂਖ ਹੋ ਗਏ, ਇਹਦੀ ਬਕਾਇਦਾ ਕਾਨੂੰਨੀ ਪ੍ਰਕਿਰਿਆ ਹੋਊਗੀ। ਤੇ ਉਸ ਤੋਂ ਬਾਅਦ ਇਹਨਾਂ ਵਾਸਤੇ ਬੜਾ ਮੁਸ਼ਕਿਲ ਹੈ ਕਿ ਆਪਣੀ ਸਰਕਾਰ ਨੂੰ ਉਹਨਾਂ ਦੇ ਮੁੜ ਕੇ ਫਿਰ ਆਪਣੇ ਪਾਰਲੀਮੈਂਟ 'ਚ
ਮੰਨ ਕੇ ਬਾਅਦ 'ਚ ਲਾਗੂ ਕਰੇ ਜਾਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਮਨਸੂਖ ਕਰਕੇ ਬਾਅਦ 'ਚ ਦੁਬਾਰਾ ਲਾਗੂ ਕਰੇ, ਇਹ ਮੈਨੂੰ ਸੰਭਵ ਨਹੀਂ ਲੱਗਦਾ ਹੈ। ਪਰ ਇਹ ਤਾਂ ਬਹੁਮਤ ਵਿੱਚ ਨੇ, ਜੇ ਫਿਰ ਬਹੁਮਤ ਵਿੱਚ ਆ ਕੇ ਫਿਰ ਕੀ ਬਣੂਗਾ? ਨਹੀਂ ਦੇਖੋ ਤਾਂ ਹੁਣ 2024 ਦੀਆਂ ਇਲੈਕਸ਼ਨਾਂ ਜੇ ਇਲੈਕਸ਼ਨਾਂ ਹੁੰਦੀਆਂ ਮੈਨੂੰ ਤਾਂ ਇਹ ਵੀ ਖਦਸ਼ਾ ਹੈਗਾ, ਕਿਉਂਕਿ ਤੁਸੀਂ ਦੇਖੋ ਕਿ ਸਾਡੇ ਗੁਆਂਢ ਵਿੱਚ ਜਿਹੜੇ ਚੀਨ ਦਾ ਸ਼ੀਪਿੰਗ ਹੈਗੇ ਆ ਉਹ ਸਾਰੀ ਉਮਰ ਵਾਸਤੇ ਪ੍ਰਧਾਨ ਬਣ ਗਏ। ਸਾਡੇ ਗੁਆਂਢ 'ਚ ਰੂਸ ਦਾ ਜਿਹੜੇ ਪੁਤਿਨ ਹੈਗੇ ਆ ਉਹਨੇ ਸੰਵਿਧਾਨ ਤਰਮੀਮ ਕਰਕੇ ਰਾਇਆਮਾ ਬਣਾ ਕੇ ਰੈਫਰੈਂਡਮ ਕਰਾ ਕੇ 2036 ਤੱਕ ਆਪਣਾ ਪ੍ਰਧਾਨਗੀ ਪਦ ਸੁਰੱਖਿਅਤ ਕਰ ਲਿਆ ਹੈਗਾ। ਤੇ ਜੇ ਗੁਆਂਢ 'ਚ ਘਟਨਾਵਾਂ ਵਾਪਰ ਰਹੀਆਂ ਔਰ ਇੱਥੇ ਜੋ ਮਾਹੌਲ ਲੱਗ ਰਿਹਾ, ਜਿੰਨੀ ਮਤਲਬ ਏਕਾਧਿਕਾਰਵਾਦ ਦੀ ਜਿਹੜੀ ਰਾਜਨੀਤੀ ਚੱਲ ਰਹੀ ਹੈ, ਹਰ ਚੀਜ਼ ਨੂੰ ਮਤਲਬ ਇੱਕ ਦਹਿਸ਼ਤ ਦਾ ਮਾਹੌਲ, ਇੱਕ ਡਰਾਉਣ ਦਾ ਮਾਹੌਲ, ਇੱਕ ਲਗਾਤਾਰ ਇੱਕ ਏਜੰਡੇ ਨੂੰ, ਹਿੰਦੂ ਰਾਸ਼ਟਰ ਏਜੰਡੇ ਨੂੰ ਅੱਗੇ ਵਧਾਉਣ ਦਾ ਜੋ ਇੱਕ ਕੋਸ਼ਿਸ਼ਾਂ ਚੱਲ ਰਹੀਆਂ ਨੇ, ਉਹਦੇ ਚੱਲਦਿਆਂ ਇਸ ਹਿੰਦੁਸਤਾਨ 'ਚ ਵੀ ਇਸ ਗੱਲ ਦੀ ਸੰਭਾਵਨਾ ਪਈ ਹੈਗੀ ਹੈ ਕਿ ਇੱਥੋਂ ਵੀ ਜਿਹੜੀ ਸੰਵਿਧਾਨਕ ਪ੍ਰਕਿਰਿਆਵਾਂ ਹੈਗੀਆਂ, ਜਿਵੇਂ ਸੰਵਿਧਾਨਕ ਸੰਸਥਾਵਾਂ ਖਤਮ ਹੋਈਆਂ, ਚਾਹੇ ਉਹ ਕੋਰਟਾਂ ਹੋਣ, ਚਾਹੇ ਉਹ ਇਲੈਕਸ਼ਨ ਕਮਿਸ਼ਨ ਹੋਵੇ, ਚਾਹੇ ਉਹ ਈਡੀ ਹੋਵੇ, ਚਾਹੇ ਇਨਕਮ ਟੈਕਸ ਹੋਵੇ, ਚਾਹੇ CBI ਹੋਵੇ, ਚਾਹੇ ਫਿਲਮ ਇੰਸਟੀਚਿਊਟ ਹੋਵੇ, ਚਾਹੇ ਉਹ UGC ਹੋਵੇ, ਚਾਹੇ ਪਲੈਨਿੰਗ ਕਮਿਸ਼ਨ ਹੋਣ, ਜਿਸ ਤਰ੍ਹਾਂ ਸਾਰੀਆਂ ਸੰਸਥਾਵਾਂ 'ਚ ਘੁਸਪੈਠ ਹੋਈ ਹੈ ਔਰ ਉਹਨਾਂ ਦਾ ਚਰਿੱਤਰ ਬਦਲਿਆ ਜਾ ਰਿਹਾ ਹੈਗਾ ਤੇਜ਼ੀ ਨਾਲ, ਤਾਂ ਉਹਦੇ ਇਹ ਵੀ ਕੋਈ ਅਚੰਭਾ ਨਹੀਂ ਹੋਊਗਾ ਕਿ ਜਿਹੜੀ ਪਾਰਲੀਮੈਂਟਰੀ ਸਿਸਟਮ ਹੈ ਉਹਦੇ ਵਿੱਚ ਵੀ ਵੱਡੀ ਛੇੜਛਾੜ ਕੀਤੀ ਜਾਵੇ ਔਰ ਇੱਥੇ ਵੀ ਮਤਲਬ ਪੱਕੇ ਤੌਰ ਤੇ ਅੱਡੇ ਜਮਾਉਣ ਦੀ ਮਤਲਬ ਸਰਕਾਰਾਂ ਸੋਚ ਲੈਣ। ਜੀ ਬਿਲਕੁਲ ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੁਣ ਇਹ ਹੈ, ਕਈਆਂ ਦੇ ਦਿਮਾਗ ਵਿੱਚ ਹੋਣਾ ਕਿ ਸਰਕਾਰ ਨੇ ਹਰ ਚਾਲ ਵਰਤ ਲਈ, ਹਰ ਉਹ ਹੱਥਕੰਡਾ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਅੰਦੋਲਨ ਨੂੰ ਕੁਚਲਣ ਦੇ ਲਈ। ਹੁਣ ਕਹਿੰਦੇ ਕੋਈ ਨਾ ਕੋਈ ਇਹੋ ਜਿਹਾ ਬ੍ਰਹਮਾਸਤਰ ਹਾਲੇ ਵੀ ਹੈ ਜਿਹੜਾ ਚਲਾਇਆ ਜਾ ਸਕਦਾ ਅੰਦੋਲਨ ਨੂੰ ਦੱਬਣ ਦੇ ਲਈ। ਤੁਹਾਡਾ ਕੀ ਮੰਨਣਾ ਹੈ ਕਿ ਹੋਰ ਕਿਹੜੀ ਚਾਲ ਚੱਲੀ ਜਾ ਸਕਦੀ ਜਿਸ ਤੋਂ ਬਚਣ ਦੇ ਲਈ ਕਿਸਾਨ ਸੁਚੇਤ ਰਹਿਣ? ਦੇਖੋ, ਇੱਕ ਤਾਂ ਜਿਹੜੇ ਇਹਨਾਂ ਦੇ ਏਜੰਟਸ ਹੈਗੇ ਆ, ਜਿਵੇਂ ਅੰਦੋਲਨ ਦੇ ਉਹਨਾਂ ਥਾਵਾਂ 'ਤੇ ਭੇਜ ਕੇ ਇਹ ਗੜਬੜ ਕਰਵਾ ਸਕਦੇ ਹੈਗੇ ਆ, ਅਤੇ ਦੂਜਾ ਮਤਲਬ ਸਰਕਾਰ ਤਾਂ ਫਿਰ ਕੁਛ ਵੀ ਕਰਵਾ ਸਕਦੀ ਹੈ। ਸਰਕਾਰ ਦਾ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਜਿਹੜੀ ਭੀਮਾ ਕੋਰੇਗਾਂਵ ਕੇਸ ਵਿੱਚ ਜਿਹੜਾ ਟੂਲ ਕਿਟ ਜਿਹੜਾ ਮਤਲਬ ਉਹ ਜਿਸ ਤਰ੍ਹਾਂ ਪਲਾਂਟ ਕੀਤੀ ਗਈ ਹੈਗੀ ਹੈ, ਪਾਈ ਗਈ ਹੈਗੀ ਜਿਸ ਤਰੀਕੇ ਨਾਲ, ਜੇ ਸਰਕਾਰ ਉਸ ਹੱਦ ਤੱਕ ਜਾ ਸਕਦੀ ਹੈ ਤਾਂ ਕਿਸੇ ਅੰਦੋਲਨ ਨੂੰ ਖੰਡਾਉਣ ਵਾਸਤੇ ਜਾਂ ਉਹਨੂੰ ਕੁਰਾਹੇ ਪਾਉਣ ਵਾਸਤੇ ਸਰਕਾਰ ਕਿਸੇ ਹੱਦ ਤੱਕ ਜਾ ਸਕਦੀ ਹੈ। ਸਾਨੂੰ ਲਗਾਤਾਰ ਚੌਕਸੀ ਰੱਖਣੀ ਪਊਗੀ, ਚੇਤਨ ਰਹਿਣਾ ਪਊਗਾ। ਔਰ ਜਿਹੜਾ ਪੰਜਾਬ ਵਿੱਚ ਸਿੱਖ ਵਰਸਸ ਕਾਮਰੇਡ ਵਰਤਾਂਤ ਹੈ, ਜਿਹੜਾ ਕਿ ਸਾਂਝਾ ਵਰਤਾਂਤ ਸੀ ਅੰਦੋਲਨ ਸ਼ੁਰੂ ਹੋਣ 'ਤੇ, ਇਹਨਾਂ ਨੂੰ ਸਮਝ ਹੀ ਨਹੀਂ ਆਈ ਬਹੁਤ ਲੋਕਾਂ ਨੂੰ ਕਿ ਪੰਜਾਬ ਦਾ ਵਰਤਾਂਤ ਇੱਕ ਐਂਟੀ ਕਾਰਪੋਰੇਟ ਅਮਾਨੀ ਦਾਨੀ ਦੇ ਖਿਲਾਫ ਤਾਂ ਹੈ ਹੀ, ਭਾਜਪਾ ਦੇ ਫਾਸ਼ੀਵਾਦ ਦੇ ਖਿਲਾਫ ਤਾਂ ਹੈ ਹੀ। ਇਹ ਵਰਤਾਂਤ ਸਾਂਝਾ ਵਰਤਾਂਤ ਪੰਜਾਬ ਦੇ ਕਿਸਾਨ, ਪੰਜਾਬੀ ਕਿਸਾਨ, ਪੰਜਾਬ ਤੇ ਸਿੱਖ ਧਰਮ ਤਿੰਨਾਂ ਸਾਂਝਾ ਵਰਤਾਂਤ ਸੀਗਾ ਇਹ, ਜਿਹਨੂੰ ਉਹਨਾਂ ਨੇ ਤੋੜ ਕੇ ਇਹਨੂੰ ਕਾਮਰੇਡ ਤੇ ਸਿੱਖ ਵਰਤਾਂਤ 'ਚ ਬਦਲ ਦਿੱਤਾ। ਇਸ ਗੱਲ 'ਚ ਉਹਨਾਂ ਨੂੰ ਕਾਮਯਾਬੀ ਮਿਲੀ ਹੈ ਔਰ ਬਦਕਿਸਮਤੀ ਨੂੰ ਸਾਡੀਆਂ ਕੁਝ ਤਾਕਤਾਂ ਨੇ ਉਹਨਾਂ ਨੂੰ ਹਥਿਆਰ ਦਿੱਤਾ ਹੈਗਾ ਜਿਹਨੂੰ ਉਹ ਵਰਤ ਰਹੇ ਨੇ, ਔਰ ਪੰਜਾਬ ਵਿੱਚ ਵੀ ਇਹਨੂੰ ਦੋ ਤਰ੍ਹਾਂ ਦੇ ਤੌਰ 'ਤੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਜਦ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਪੰਜਾਬ ਹੈਗਾ, ਜੇ ਪੰਜਾਬ ਦਾ ਵਰਤਾਂਤ ਹੈ ਕਿ ਪੰਜਾਬ ਸਿੱਖਾਂ ਦੀ ਬਹੁ ਗਿਣਤੀ ਹੈਗੀ ਹੈ, ਉਹ ਕੁਦਰਤੀ ਤੌਰ 'ਤੇ ਸਿੱਖ ਵਰਤਾਂਤ 'ਤੇ ਸੀਗਾ। ਸਿੱਖਾਂ ਦੀ ਚਰਚਾ ਹੋ ਰਹੀ ਸੀਗੀ, ਸਿੱਖ ਯੋਧਿਆਂ ਦੀ ਚਰਚਾ ਹੋ ਰਹੀ ਸੀਗੀ, ਸਿੱਖਾਂ ਦੀ ਬਹਾਦਰੀ ਦੀ ਚਰਚਾ ਹੋ ਰਹੀ ਸੀ, ਸਿੱਖਾਂ ਦੇ ਲੰਗਰਾਂ ਦੀ, ਇਹਨਾਂ ਦੀ ਧਰਮ ਜੋ ਸਿੱਖ ਧਰਮ ਦੀਆਂ ਸ਼ਾਨਦਾਰ ਪਰੰਪਰਾਵਾਂ ਹੈਗੀਆਂ ਉਹਨਾਂ ਵੱਲ ਦੁਨੀਆ ਦੇਖ ਰਹੀ ਸੀਗੀ। ਇਹ ਵਰਤਾਂਤ ਜੋ ਖਤਮ ਹੋਇਆ, ਇਹ ਬੜਾ ਦੁੱਖਦਾਈ ਗੱਲ ਹੈਗੀ ਹੈ ਅਤੇ ਮੈਂ ਸਮਝਦਾ ਕਿ ਆਪਾਂ ਨੂੰ ਅੱਗੇ ਵਾਸਤੇ ਚੌਕਸ ਰਹਿਣਾ ਚਾਹੀਦਾ। ਇੱਦਾਂ ਦੇ ਕੋਈ ਹੋਰ ਸਰਕਾਰ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਹੈਗਾ। ਅਤੇ ਮੈਂ ਕਿਸਾਨ ਲੀਡਰਸ਼ਿਪ ਨੂੰ ਬੇਨਤੀ ਕਰਦਾ ਹੈਗਾ ਕਿ ਉਹ ਜਿਹੜੇ ਕਿਸਾਨ ਬੱਚੇ ਹੈਗੇ ਉਹ ਪਹਿਲਾਂ ਹੀ ਇਸ ਗੱਲ ਦਾ ਪੂਰਾ ਧਿਆਨ ਰੱਖ ਰਹੇ ਨੇ। ਉਹਨੇ ਵਕੀਲਾਂ ਦੀ ਕਮੇਟੀ ਬਣਾਈ ਹੈ, ਹਰ ਇੱਕ ਨੂੰ ਪਹੁੰਚ ਕਰਦੇ ਨੇ, ਨੰਬਰ ਦਿੱਤਾ ਕਿ ਜਿਹਦਾ ਵੀ ਬੱਚਾ ਗੁੰਮ ਹੈਗਾ ਸਾਨੂੰ ਆ ਕੇ ਮਿਲੋ। ਅਤੇ ਉਹਨਾਂ ਨੇ ਐਲਾਨੀਆ ਕਿਹਾ ਹੈਗਾ ਕਿ ਅਸੀਂ ਜਿੰਨੇ ਬੰਦੇ ਗ੍ਰਿਫਤਾਰ ਹੋਏ ਨੇ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਅਤੇ ਉਹਨਾਂ ਦੇ ਜਿਹੜੇ ਝੂਠੇ ਕੇਸ ਪਾਏ ਉਹਨਾਂ ਉਹ ਰੱਦ ਕਰਨ ਦੀ ਮੰਗ ਕਰਦੇ ਹਾਂ। ਕਿਉਂਕਿ ਉੱਥੇ ਕੋਈ ਦੇਖੋ ਤੁਸੀਂ, ਚਾਹੇ ਘਟਨਾ ਹੋਈ ਹੈ, ਝੰਡਾ ਲਹਿਰਾਇਆ ਗਿਆ, ਉਹ ਖਾਲਿਸਤਾਨ ਦਾ ਨਹੀਂ ਸੀ, ਉਹ ਪੰਥਕ ਝੰਡਾ ਸੀਗਾ। ਕੋਈ ਬੱਸਾਂ ਨਹੀਂ ਤੋੜੀਆਂ ਗਈਆਂ, ਕੋਈ ਮਤਲਬ ਕੁੱਟਮਾਰ ਨਹੀਂ ਕੀਤੀ, ਕੋਈ ਭੰਨ ਤੋੜ ਨਹੀਂ ਕੀਤੀ, ਕੋਈ ਸਰਕਾਰੀ ਸੰਪત્ਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਜਿਹੜਾ ਕੌਮੀ ਝੰਡਾ ਹੈਗਾ ਤਿਰੰਗਾ, ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਉਹਦੇ ਬਗਲ ਚ ਲਾਇਆ ਗਿਆ ਹੈਗਾ। ਸੋ ਐਡੇ ਵੱਡੇ ਕੋਈ ਇਲਜ਼ਾਮ ਬਣਦੇ ਨਹੀਂ ਕਿਸੇ 'ਤੇ ਕਿ ਉਹਨਾਂ ਤੋਂ ਤੁਸੀਂ ਅੰਦਰ ਡੱਕ ਕੇ ਉਹਨਾਂ ਨੂੰ ਇੰਟੈਰੋਗੇਟ ਕਰੋ ਜਾਂ ਉਹਨਾਂ ਨੂੰ ਤਸੀਹੇ ਦਿਓ ਜਾਂ ਉਹਨਾਂ ਨੂੰ ਜੇਲ੍ਹ ਡੱਕ ਕੇ ਉਹਨਾਂ ਦੇ ਮਾੜੀ ਸਭ ਤੋਂ ਭੈੜੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਜ਼ਿੰਦਗੀ ਭਰ ਵਾਸਤੇ ਉਹਨਾਂ ਦੀ ਜ਼ਿੰਦਗੀਆਂ ਖਰਾਬ ਕਰੋ। ਕੋਈ ਕਾਰਨ ਨਹੀਂ ਬਣਦਾ ਹੈਗਾ। ਸੋ ਆਪਾਂ ਨੂੰ ਅੱਗੇ ਵਾਸਤੇ ਧਿਆਨ ਰੱਖਣਾ ਪਊਗਾ ਕਿ ਜਿਹੜੇ ਏਜੰਟਸ ਹੈਗੇ ਆ ਉਹਨਾਂ ਤੋਂ ਬਚਾਅ ਰੱਖਣਾ ਚਾਹੀਦਾ। ਅਤੇ ਦੂਜਾ ਮਤਲਬ ਜਿਹੜੀ ਮੈਂ ਸਮਝਦਾ ਕਿ ਪੰਜਾਬ ਦੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਵਰਤਾਂਤ ਪੰਜਾਬ ਨੇ ਸਿਰਜਿਆ ਸੀਗਾ ਔਰ ਜਿਹਨਾਂ ਬਾਅਦ 'ਚ ਹਰਿਆਣਾ ਰਲਿਆ ਸੀਗਾ ਔਰ ਜਿਹਦੇ ਨਾਲ ਬੱਚਾ ਪੰਜਾਬ 'ਚ ਅਬਾਨੀ ਦਾਨੀ ਅਤੇ ਮੋਦੀ ਦੇ ਮਤਲਬ ਇੱਕ ਦੁਸ਼ਮਣ ਦੇ ਤੌਰ 'ਤੇ ਦੇਖਦਾ ਸੀਗਾ, ਇੱਕ ਮਤਲਬ ਆਪਣੇ ਵਿਰੋਧੀ ਦੇ ਤੌਰ 'ਤੇ ਦੇਖਦਾ ਸੀਗਾ। ਉਹ ਵਰਤਾਂਤ ਢਿੱਲਾ ਨਹੀਂ ਪੈਣਾ ਚਾਹੀਦਾ। ਉਹ ਵਰਤਾਂਤ ਹੀ ਅਸਲੀ ਵਰਤਾਂਤ ਹੈ। ਕਿਸਾਨੀ ਮੰਗਾਂ ਦੇ ਨਾਲ ਜੁੜ ਕੇ ਉਹ ਵਰਤਾਂਤ ਦੀ ਭਾਰਤੀ ਸਿਆਸਤ ਵਿੱਚ ਅਤੇ ਦੁਨੀਆ ਦੀ ਸਿਆਸਤ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈਗੀ ਆ। ਅੱਜ ਜਿਵੇਂ ਦੁਨੀਆ ਭਰ 'ਚ ਸਿਆਸਤ ਦਾ
ਸੱਤਾ ਦਾ ਪੈਸੇ ਦਾ ਕੇਂਦਰੀਕਰਨ ਹੋ ਰਿਹਾ ਹੈਗਾ। ਹਿੰਦੁਸਤਾਨ ਦੇ 1% ਲੋਕਾਂ ਕੋਲ ਭਾਰਤ ਦੀ 73% ਦੌਲਤ ਇਕੱਠੀ ਹੋ ਗਈ ਹੈ। ਬਾਕੀ ਸਾਰਾ ਮੁਲਕ ਭੁੱਖ ਨੰਗ ਨਾਲ ਘੁਲ ਰਿਹਾ ਹੈਗਾ। ਨਾ ਦਵਾਈ ਹੈ, ਨਾ ਹਸਪਤਾਲ ਹੈ, ਨਾ ਵਿੱਦਿਆ ਹੈ, ਨਾ ਰੁਜ਼ਗਾਰ ਹੈ, ਕੁਝ ਨਹੀਂ ਹੈਗਾ। ਤੇ 1% ਲੋਕਾਂ ਕੋਲ ਇੰਨਾ ਪੈਸਾ ਇਕੱਠਾ ਹੋ ਗਿਆ ਹੈਗਾ ਕਿ ਉਹ ਹਿੰਦੁਸਤਾਨ ਦੀ ਦੌਲਤ ਦਾ ਕੁੱਲ 73% ਇਕੱਠਾ ਹੋ ਗਿਆ। ਔਰ ਇਹ ਜਿਹੜੀ ਕੰਸੈਂਟ੍ਰੇਸ਼ਨ ਆਫ ਮਨੀ ਹੈਗੀ ਹੈ ਲਗਾਤਾਰ ਵੱਧਦੀ ਜਾ ਰਹੀ ਹੈਗੀ ਹੈ। ਲਗਾਤਾਰ ਮਤਲਬ ਗਰੀਬ ਤੇ ਅਮੀਰ ਦੇ ਪਾੜ ਦੀ ਜਿਹੜੀ ਅਨੁਪਾਤ ਖਤਮ ਹੋ ਗਿਆ। ਹੁਣ ਅੰਬਾਰ ਨੇ ਧਨ ਦੇ ਤੇ ਇੱਕ ਪਾਸੇ ਵਿਸ਼ਾਲ ਸਮੁੰਦਰ ਰੇਗਿਸਤਾਨ ਹੈ ਗਰੀਬੀ ਦਾ, ਭੁੱਖਮਰੀ ਦਾ, ਬਿਮਾਰੀ ਦਾ। ਉਹ ਦੋਹਾਂ ਦਾ ਜੋ ਪਾੜਾ ਹੈਗਾ, ਜੋ ਦੁਨੀਆ 'ਚ ਵੀ ਵੱਧ ਰਿਹਾ ਹੈ, ਜੋ ਭਾਰਤ 'ਚ ਵੀ ਵੱਧ ਰਿਹਾ ਹੈਗਾ, ਇਹਨੂੰ ਉਹਦੇ ਸੰਦਰਭ 'ਚ ਦੇਖਣਾ ਚਾਹੀਦਾ ਕਿ ਇਸ ਫਾਸ਼ੀਵਾਦ ਦੇ ਖਿਲਾਫ ਜਿਹੜਾ ਕਿ ਸਮਾਜ ਨੂੰ ਨਰਕ ਬਣਾਉਂਦਾ ਹੈਗਾ, ਘੱਟ ਗਿਣਤੀਆਂ ਵਾਸਤੇ ਵੀ ਤੇ ਆਮ ਲੋਕਾਂ ਵਾਸਤੇ ਵੀ, ਬੁੱਧੀਜੀਵੀਆਂ ਵਾਸਤੇ ਵੀ, ਸਿਆਸੀ ਵਿਰੋਧੀਆਂ ਵਾਸਤੇ ਵੀ, ਔਰ ਜਿਹੜਾ ਕਾਰਪੋਰੇਟ ਬਰਤਾਂਤ ਹੈਗਾ ਜਿਹੜਾ ਮੁਲਕ ਨੂੰ ਸਾਰੇ ਮੁਲਕ ਨੂੰ ਭੁੱਖ ਨੰਗ ਦੇ ਵਿੱਚੋਂ ਇੱਕ ਚੰਦ ਦੇ ਘਰਾਣੇ ਦੀ ਬਿਹਤਰੀ ਜਾਂ ਉਹਦੀ ਖੁਸ਼ਹਾਲੀ ਨੂੰ ਬਿਲਡ ਕਰ ਰਿਹਾ ਹੈਗਾ। ਉਹ ਬਰਤਾਂਤ ਜਿਹੜਾ ਹੈਗਾ ਉਹ ਬਣਿਆ ਰਹਿਣਾ ਚਾਹੀਦਾ। ਉਹ ਬਰਤਾਂਤ ਹੀ ਅਸਲੀ ਬਰਤਾਂਤ ਹੈਗਾ। ਕਿਸਾਨੀ ਮੰਗਾਂ ਉਹਦਾ ਇੱਕ ਹਿੱਸਾ ਹੈਗੀਆਂ, ਜ਼ਰੂਰੀ ਹਿੱਸਾ ਹੈਗੀਆਂ। ਉਹਨਾਂ ਦੁਆਲੇ ਸੰਘਰਸ਼ ਬਣਿਆ ਗਿਆ, ਪਰ ਉਹਦਾ ਬਰਤਾਂਤ ਕਿਸਾਨੀ ਮੰਗਾਂ ਤੋਂ ਬਹੁਤ ਜ਼ਿਆਦਾ ਵੱਡਾ ਹੈਗਾ। ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਸਾਨੀ ਅੰਦੋਲਨ ਦੀਆਂ ਚੱਲ ਰਹੀਆਂ ਚਰਚਾਵਾਂ ਦੇ ਉੱਤੇ ਚਾਨਣਾ ਪਾਇਆ, ਉਮੀਦ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਖੇਤੀ ਕਾਨੂੰਨ ਜਿਹੜੇ ਨੇ ਉਹ ਲੋਕਾਂ ਦੀ ਰਸੋਈ ਤੱਕ ਮਾਰ ਪਾਉਣਗੇ। ਆਮ ਲੋਕਾਂ ਨੂੰ ਇਸ ਗੱਲ ਨੂੰ ਸਮਝਣੀ ਚਾਹੀਦੀ ਹੈ। ਅੱਜ ਨਾ ਜਾਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਵੇਂ ਕਹਿੰਦੇ ਨੇ ਕਿ ਪੀੜ੍ਹੀਆਂ ਨੇ ਵੀ ਮਾਫ ਨਹੀਂ ਕਰਨਾ ਕਿ ਕਿਸ ਤਰੀਕੇ ਦੇ ਨਾਲ ਇਸ ਭਾਰਤ ਦੇ ਵਿੱਚ ਜੋ ਆਮ ਲੋਕਾਂ ਦਾ ਹਸ਼ਰ ਹੋ ਰਿਹਾ। ਜੇ ਕੋਈ ਬੋਲਦਾ ਤਾਂ ਉਸ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ। ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।